ਚੰਡੀਗੜ੍ਹ ਦੀ ਜਿਹੜੀ ਗੱਲ ਆ ਚੰਡੀਗੜ੍ਹ ਦੇ ਆਸ-ਪਾਸ ਦੇ ਖਿੱਤਿਆਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਆ। ਲੱਗਦਾ ਵੀ ਜੂਝਦਾ ਪੰਜਾਬ ਗਰਾਊਂਡ ਤੇ ਜਾ ਕੇ ਵਰਕ ਕਰੂਗਾ, ਪਿੰਡਾਂ 'ਚ ਜਾਵੇਗਾ। ਤੁਸੀਂ ਮਾਲਕ ਭਾਗੋਆਂ ਨਾਲ ਖੜੇ ਹੋ ਭਾਈ ਲਾਲੋ ਨਾਲ। ਪੱਤਰਕਾਰੀ ਦਾ ਵੀ ਮੇਰੇ ਖਿਆਲ ਇਹੀ ਧਰਮ ਹੈ ਕਿ ਉਹ ਭਾਈ ਲਾਲੋਆਂ ਨਾਲ ਖੜੇ ਮਾਲਕ ਭਾਗੋ ਦੀ ਬਜਾਏ। ਪੰਜਾਬ ਬਾਰੇ ਕਿਹਾ ਜਾਂਦਾ ਸੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ। ਇੱਕ ਜ਼ਮਾਨੇ 'ਚ ਪੱਤਰਕਾਰੀ ਪ੍ਰਤੀਬੱਧ ਪੱਤਰਕਾਰੀ ਕਹੀ ਜਾਂਦੀ ਸੀ। ਜਦੋਂ ਕਰਤਾਰ ਸਿੰਘ ਸਰਾਭੇ ਹੋਣੀ ਗੰਦਰ ਦੀ ਗੂੰਜ ਕੱਢਦੇ ਨੇ, ਜੇ ਉਹ ਲੋਕ ਸਰੋਕਾਰਾਂ ਵਾਲਾ ਹੋਵੇ ਤਾਂ ਲੋਕਾਂ ਦੇ ਪੱਖ 'ਚ ਭੁਗਤ ਜਾਂਦਾ। ਜੇ ਉਹ ਲੋਕਾਂ ਦੇ ਵਿਰੋਧੀ ਕੰਮ ਕਰਨ ਲੱਗ ਜੇ ਤਾਂ ਉਹ ਲੋਕਾਂ ਦੇ ਵਿਰੋਧ 'ਚ, ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਦਾ ਵੀ ਇੱਕ ਨਾਮ ਜਿਹੜਾ ਉਸ ਰੂਪ ਦੇ ਵਿੱਚ ਦਿੱਤਾ ਜਾਂਦਾ ਤੇ ਦਾਲ ਸਕੀਮ ਦੇ ਮੁੱਦੇ ਆ ਗਏ, ਯੂਨਿਟਾਂ ਮਾਫ ਦੇ ਮੁੱਦੇ ਆ ਗਏ, ਜਿਹੜੇ ਅਸਲ ਮੁੱਦੇ ਸੀ ਭਟਕਾ ਦਿੱਤੇ ਗਏ। ਪੰਜਾਬ 'ਚ ਉਜਾੜਾ ਹੋ ਰਿਹਾ, ਹਰ ਨੌਜਵਾਨ ਮੁੰਡਾ ਕੁੜੀ ਆਈਲੈਟਸ ਕਰਕੇ ਵਿਦੇਸ਼ ਜਾ ਰਹੇ ਨੇ ਕਿਉਂਕਿ ਰੁਜ਼ਗਾਰ ਨਹੀਂ ਮਿਲ ਰਿਹਾ। ਪਹਿਲਾਂ ਵੀ ਹਲਫਨਾਮੇ ਲਏ ਗਏ ਸੀ, ਲੀਡਰ ਵੀ ਉਹੀ ਸੀ, ਸਿਆਸਤਦਾਨ ਵੀ ਉਹੀ ਨੇ ਅੱਜ, ਤੇ ਜਿਹੜੇ ਮੁੱਦੇ ਵੀ ਅੱਜ ਉਹੀ ਨੇ। ਜਿਹੜੇ ਉਹ ਅਰਦਾਸ ਕਰਕੇ ਵੀ ਪਿੱਛੇ ਹਟੇ ਨੇ, ਉਹ ਵੀ ਪਬਲਿਕ 'ਚੋਂ ਗਏ ਨੇ। ਡਰੱਗਸ ਇਹ ਬਹੁਤ ਇੱਕ ਪ੍ਰੋਮੀਨੈਂਟ ਨੇ ਸਪੋਰਟਸ ਦੇ ਵਿੱਚ। ਇਹ ਗੱਲ ਐਕਸੈਪਟ ਕਰਨ ਦੀ ਕੋਈ ਸ਼ਰਮ ਨਹੀਂ ਆ, ਕਿਉਂਕਿ ਸੱਚਾਈ ਹੈ। ਮੈਂ ਨਹੀਂ ਦੱਸੂਗਾ, ਕੋਈ ਹੋਰ ਦੱਸ ਦੂਗਾ। ਸੋ ਉਹਦੇ ਵਾਸਤੇ ਕਾਉਂਸਲਿੰਗ, ਉਹਦਾ ਵੀ ਅਸੀਂ ਇਹਦੇ ਵਿੱਚ ਰੱਖਿਆ ਏਜੰਡੇ ਦੇ ਵਿੱਚ। ਅਮਰੀਕਨ ਲੇਖਕ ਆਰਡਨ ਲਿਖਦਾ ਹੈ ਕਿ ਇੱਕ ਕਵੀ ਦੀ ਕਵਿਤਾ ਕਿਸੇ ਦਾ ਕੁਝ ਸਵਾਰੇ ਜਾਂ ਨਾ ਸਵਾਰੇ, ਪਰ ਇੱਕ ਪੱਤਰਕਾਰ ਦੀ ਲਿਖਤ ਲੋਕਾਂ ਦਾ ਬਹੁਤ ਕੁਝ ਸਵਾਰ ਸਕਦੀ ਹੈ। ਤੇ ਪੰਜਾਬੀ ਦੀ ਪੱਤਰਕਾਰਤਾ, ਪੰਜਾਬ ਦੇ ਪੱਤਰਕਾਰਾਂ ਦਾ ਵੀ ਸੰਘਰਸ਼ ਦੇ ਵਿੱਚ ਵੱਡਾ ਯੋਗਦਾਨ ਰਿਹਾ। ਚਾਹੇ ਸੰਘਰਸ਼ 1966 ਦਾ ਹੋਵੇ, ਚਾਹੇ 1978 ਦੀ ਗੱਲ ਕਰ ਲਈਏ, ਬਲੂ ਸਟਾਰ ਵੇਲੇ ਦੀ ਗੱਲ ਕਰ ਲਈਏ, ਜਾਂ ਹੁਣ ਪੰਜਾਬ ਹਮੇਸ਼ਾ ਹੀ ਜੂਝਦਾ ਆ। ਪੰਜਾਬ ਮੁਗਲ ਕਾਲ ਵੇਲੇ ਵੀ ਜੂਝਿਆ, ਪੰਜਾਬ ਬ੍ਰਿਟਿਸ਼ ਕਾਲ ਵੇਲੇ ਵੀ ਜੂਝਿਆ, ਪੰਜਾਬ ਅੱਜ ਵੀ ਜੂਝ ਰਿਹਾ। ਪਰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ, ਇਹਨਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ। ਸਾਡੇ ਨਾਲ ਪੱਤਰਕਾਰ ਹਮੀਰ ਸਿੰਘ ਨੇ, ਡਾਕਟਰ ਦਵਿੰਦਰ ਸ਼ਰਮਾ ਨੇ ਤੇ ਬਾਈ ਜੱਸਾ ਪੱਟੀ ਨੇ। ਸਵਾਗਤ ਹੈ ਜੀ ਸਾਰਿਆਂ ਦਾ। ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾ ਸਵਾਲ ਤੁਹਾਡੇ ਕੋਲੇ ਮੈਂ ਆ ਜਾਂਦਾ ਜੀ। ਤੇ ਜਿਸ ਤਰੀਕੇ ਦੇ ਨਾਲ ਇੱਕ ਪੱਤਰਕਾਰ ਦੀ ਵੀ ਅਹਿਮ ਭੂਮਿਕਾ ਰਹਿੰਦੀ ਹੈ, ਪੰਜਾਬ ਦੀ ਰਾਜਨੀਤੀ ਨੂੰ ਪੱਤਰਕਾਰ ਨੇੜਿਓਂ ਦੇਖ ਰਹੇ ਨੇ। ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ, ਇਸ ਕਰਕੇ ਮੈਂ ਪੰਜਾਬ ਸ਼ਬਦ ਵਰਤਿਆ। ਲੰਮਾ ਸਮਾਂ ਪੰਜਾਬ ਦੇ ਮੂਹਰੇ ਦਰਪੇਸ਼ ਮੁਸ਼ਕਲਾਂ ਆਉਂਦੀਆਂ ਰਹੀਆਂ। ਪੰਜਾਬ ਬਾਰੇ ਕਿਹਾ ਜਾਂਦਾ ਸੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ। ਅੱਜ ਵੀ ਇੱਕ ਮੁਹਿੰਮ ਅਸੀਂ ਵਿੱਢ ਲਈ ਸੀ, ਉਹ ਸਫਲ ਕਰ ਲਈ ਹੈ। ਖੇਤੀ ਕਾਨੂੰਨ ਜਿਹੜੇ ਸਾਹਮਣੇ ਸੀ ਸਾਡੇ, ਪਰ ਇੱਕ ਮੁਹਿੰਮ ਹੋਰ ਅੱਗੇ ਆ ਕੇ ਖੜੀ ਹੈ। ਹਾਂ ਬਿਲਕੁਲ, ਕਿਉਂਕਿ ਪੱਤਰਕਾਰੀ ਵੀ ਇੱਕ ਰਿਫਲੈਕਸ਼ਨ ਹੁੰਦੀ ਹੈ। ਜਿਵੇਂ ਕਹਿੰਦੇ ਸਮਾਜ ਦਾ ਸੀਸਾ ਹੁੰਦਾ, ਜਿਹੜਾ ਉਹਦੇ ਨਾਲ ਜੋ ਘਟਨਾਵਾਂ ਵਾਪਰਦੀਆਂ ਨੇ, ਜਿਹੋ ਜਿਹਾ ਮਾਹੌਲ ਹੁੰਦਾ, ਕਿਹਾ ਇਹ ਜਾਂਦਾ ਸੀ। ਇੱਕ ਜ਼ਮਾਨੇ 'ਚ ਪੱਤਰਕਾਰੀ ਪ੍ਰਤੀਬੱਧ ਪੱਤਰਕਾਰੀ ਕਹੀ ਜਾਂਦੀ ਸੀ। ਜਦੋਂ ਕਰਤਾਰ ਸਿੰਘ ਸਰਾਭੇ ਹੋਣੀ ਗੰਦਰ ਦੀ ਗੂੰਜ ਕੱਢਦੇ ਨੇ, ਭਗਤ ਸਿੰਘ, ਮਹਾਤਮਾ ਗਾਂਧੀ, ਨਹਿਰੂ, ਸਾਰੇ ਪੱਤਰਕਾਰਤਾ ਵੀ ਨਾਲ ਕਰਦੇ ਸੀ, ਕਿਉਂਕਿ ਆਪਣੇ ਵਿਚਾਰ ਕਿੱਥੇ ਜਾ ਕੇ ਦੇਣੇ ਨੇ। ਇਹ ਵਿਚਾਰਾਂ ਦਾ ਇੱਕ ਮਾਧਿਅਮ ਹੈ ਲੋਕਾਂ ਤੱਕ ਪਹੁੰਚਾਉਣ ਦਾ। ਇਸੇ ਕਰਕੇ ਇਹਦੀ ਇਹ ਮਹੱਤਵ ਹੈ ਕਿ ਜੇ ਉਹ ਲੋਕ ਸਰੋਕਾਰਾਂ ਵਾਲਾ ਹੋਵੇ ਤਾਂ ਲੋਕਾਂ ਦੇ ਪੱਖ 'ਚ ਭੁਗਤ ਜਾਂਦਾ। ਜੇ ਉਹ ਲੋਕਾਂ ਦੇ ਵਿਰੋਧੀ ਕੰਮ ਕਰਨ ਲੱਗ ਜੇ ਤਾਂ ਉਹ ਲੋਕਾਂ ਦੇ ਵਿਰੋਧ 'ਚ, ਜਿਹਨੂੰ ਅੱਜ ਕੱਲ੍ਹ ਗੋਦੀ ਮੀਡੀਆ ਦਾ ਵੀ ਇੱਕ ਨਾਮ ਜਿਹੜਾ ਉਸ ਰੂਪ ਦੇ ਵਿੱਚ ਦਿੱਤਾ ਜਾਂਦਾ। ਉਹਦਾ ਰੀਜਨ ਇਹ ਹੋ ਗਿਆ ਕਿ ਇਹਦੇ 'ਤੇ ਮਾਲਕੀ ਕਿਹਦੀ ਹੈ। ਮਾਲਕੀ ਵੱਡੇ ਚੈਨਲ ਜਿਹੜੇ ਨੇ, ਜੇ ਉਹ ਕਾਰਪੋਰੇਟ ਨੇ ਖਰੀਦ ਲਏ, ਵੱਡੀਆਂ ਅਖਬਾਰਾਂ ਜੇ ਕਾਰਪੋਰੇਟ ਨੇ ਖਰੀਦ ਲਈਆਂ, ਤਾਂ ਉਹ ਜ਼ਿਆਦਾ ਗੱਲ ਉਸ ਹਿੱਤ ਦੀ ਕਰਦੀਆਂ ਨੇ ਤੇ ਘੱਟ ਗੱਲ ਲੋਕਾਂ ਦੇ ਸਰੋਕਾਰਾਂ ਦੀ ਕਰਦੀਆਂ ਨੇ। ਅਤੇ ਜਿੱਥੇ ਮਾਲਕੀ ਥੋੜ੍ਹੀ ਦੂਸਰੇ ਟਾਈਪ ਦੀ ਹੈ, ਜੇ ਸੋਸ਼ਲ ਮੀਡੀਆ 'ਚ ਕਿੰਨੇ ਹੀ ਬਾਕੀ ਨੇ, ਜਾਂ ਕੁਝ ਅਖਬਾਰਾਂ ਜਿਹੜੀਆਂ ਉਸ ਤੋਂ ਹਟ ਕੇ ਨੇ, ਉਹ ਫਿਰ ਵੀ ਇਸ ਅੰਦੋਲਨ 'ਚ ਵੀ ਦੇਖਿਆ ਗਿਆ ਕਿ ਅਲੱਗ-ਅਲੱਗ ਟਾਈਪ ਦਾ ਮੀਡੀਆ ਸਾਡੇ ਸਾਹਮਣੇ ਆਇਆ। ਹੁਣ ਜਿਹੜੇ ਇਹ ਸਾਰੇ ਸਾਡੇ ਸਾਹਮਣੇ ਸਵਾਲ ਨੇ ਖੜ੍ਹੇ, ਲੋਕਾਂ ਨੂੰ ਕਿਹੜੇ ਸਵਾਲ ਚਾਹੀਦੇ ਨੇ, ਕਿਹੜੀ ਗੱਲ ਚਾਹੀਦੀ ਹੈ। ਇਸ ਇਲੈਕਸ਼ਨ ਦੇ ਵਿੱਚ ਇੱਕ ਤਾਂ ਇਹ ਹੈ, ਡਿਬੇਟ ਚੱਲਦੀ ਹੈ, ਕਿਹੜਾ ਚਿਹਰਾ ਆਊਗਾ, ਕਿਹੜੀ ਪਾਰਟੀ ਦਾ ਕੌਣ ਮੁੱਖ ਮੰਤਰੀ ਬਣੂਗਾ, ਕਿਹੜੀ ਪਾਰਟੀ ਦਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀਆਂ ਫ੍ਰੀ ਦੇਊਗੀ, ਉਹ 300 ਯੂਨਿਟ ਦੇਊਗੀ, ਉਹ 400 ਯੂਨਿਟ ਦੇਊਗੀ। ਇੱਕ ਲੋਕਾਂ ਦੇ ਰੀਅਲ ਸਰੋਕਾਰ ਨੇ, ਅਸਲੀ ਗੱਲਾਂ ਨੇ। ਕਿਉਂਕਿ ਸਾਡੇ ਸਾਹਮਣੇ ਪੰਜਾਬ ਦਾ ਵਾਤਾਵਰਨ ਤਬਾਹ ਹੋ ਗਿਆ, ਪਾਣੀ ਮੁੱਕਦਾ ਜਾ ਰਿਹਾ, ਪੰਜਾਬ 'ਚ ਉਜਾੜਾ ਹੋ ਰਿਹਾ, ਹਰ ਨੌਜਵਾਨ ਮੁੰਡਾ ਕੁੜੀ ਆਈਲੈਟਸ ਕਰਕੇ ਵਿਦੇਸ਼ ਜਾ ਰਹੇ ਨੇ ਕਿਉਂਕਿ ਰੁਜ਼ਗਾਰ ਨਹੀਂ ਮਿਲ ਰਿਹਾ, ਔਰ ਖੇਤੀ ਘਾਟੇ ਬੰਦਾ ਹੈ। ਖੁਦਕੁਸ਼ੀਆਂ 20,000 ਦੇ ਕਰੀਬ ਖੁਦਕੁਸ਼ੀਆਂ ਹੋ ਚੁੱਕੀਆਂ ਨੇ ਕਿਸਾਨ ਔਰ ਮਜ਼ਦੂਰਾਂ ਦੀਆਂ। ਔਰ ਇਸੇ ਤਰ੍ਹਾਂ ਸਿੱਖਿਆ ਦਾ ਹਾਲ ਸਾਡੇ ਸਾਹਮਣੇ ਹੈ ਕਿ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲਾਂ 'ਚ ਜਾਣ ਵਾਲਿਆਂ ਨੂੰ ਅਰਜੀ ਤੱਕ ਲਿਖਣੀ ਨਹੀਂ ਆਉਂਦੀ। ਉਹਦੇ 'ਚ ਇਹ ਹੈ ਸਿਹਤ ਦਾ ਜੋ ਸਾਡੇ ਮਨ ਦਾ ਹਾਲ ਹੈ, ਕੈਂਸਰ ਹੈ, ਕਾਲਾ ਪੀਲੀ ਹੈ। ਇਹ ਮੁੱਦੇ ਕਿੱਥੇ ਉੱਠ ਰਹੇ ਨੇ
ਕਿਸ ਤਰੀਕੇ ਦੇ ਨਾਲ ਉੱਠਣੇ ਚਾਹੀਦੇ ਨੇ। ਤੇ ਜੇ ਐਡੇ ਵੱਡੇ ਮੁੱਦੇ ਨੇ ਫਿਰ ਵੀ ਸਾਡਾ ਸਿਆਸਤਦਾਨ 2-4 ਹੋਰ ਜੁਮਲੇ ਕਹਿ ਕੇ ਲੋਕਾਂ 'ਚ ਜਾਣ ਦੀ ਹਿੰਮਤ ਰੱਖਦਾ ਹੈ, ਇਹਦਾ ਮਤਲਬ ਮੀਡੀਆ ਨੇ ਵੀ ਆਪਣੀ ਭੂਮਿਕਾ ਉਹ ਨਹੀਂ ਨਿਭਾਈ ਜਿਹੜੇ ਲੋਕਾਂ ਦੀ ਆਵਾਜ਼ ਬਣਨ ਦਾ ਕੁਐਸਚਨ ਹੈ। ਇਹਨੂੰ ਆਉਣ ਵਾਲੇ ਸਮੇਂ 'ਚ ਚੈਲੰਜ ਹੀ ਇਹ ਹੈ, ਚੁਣੌਤੀ ਇਹ ਹੈ ਕਿ ਜਿੱਥੇ ਵੱਖ-ਵੱਖ ਟਾਈਪ ਦੇ ਮਾਹਰਾਂ ਦਾ ਰੋਲ ਹੁੰਦਾ ਹੈ, ਇੱਕ ਸਿਵਲ ਸੁਸਾਇਟੀ ਦਾ ਰੋਲ ਹੁੰਦਾ ਹੈ, ਉਹਦੇ ਨਾਲ ਜੁੜ ਕੇ ਹੀ ਮੀਡੀਆ ਜੇਕਰ ਉਹਨਾਂ ਮੁੱਦਿਆਂ ਨੂੰ ਲਿਜਾਂਦਾ ਜਿਹੜੇ ਮੁੱਦੇ ਲੋਕਾਂ ਦੀ ਜੀਵਨ ਸੁਧਾਰ ਸਕਦੇ ਨੇ, ਤਾਂ ਇਹ ਸਿਆਸਤਦਾਨ ਨੂੰ ਵੀ ਜਵਾਬਦੇਹ ਬਣਾਉਣ 'ਚ ਭੂਮਿਕਾ ਅਦਾ ਕਰ ਸਕਦਾ। ਸਾਰੇ ਲੋਕ ਆ ਕੇ ਸਿਆਸਤਦਾਨ ਤੋਂ ਸਵਾਲ ਨਹੀਂ ਪੁੱਛ ਸਕਦੇ ਪਿੰਡ 'ਚ ਬੈਠਾ ਕਿ ਮੇਰੇ ਗੰਦੇ ਨਾਲੇ ਦਾ ਪਾਣੀ ਦਾ ਕੀ ਬਣਿਆ, ਸ਼ੁੱਧ ਪਾਣੀ ਕਿਉਂ ਨਹੀਂ। ਉਹਦੇ ਬਿਹਾਫ 'ਤੇ ਜਿਹੜੇ ਸਾਡੇ ਵਰਗੇ ਪੱਤਰਕਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ, ਕਿਉਂਕਿ ਸਾਡੀ ਪਹੁੰਚ ਹੈ ਉੱਥੇ ਤੱਕ, ਚਾਹੇ ਉਹ ਚੀਫ ਮਿਨਿਸਟਰ ਹੋਵੇ, ਮੰਤਰੀ ਹੋਵੇ, ਕੋਈ ਬਿਊਰੋਕਰੇਟ ਹੋਵੇ, ਉਹਨਾਂ ਨੂੰ ਉਹਨਾਂ ਗੱਲਾਂ ਦੇ ਪ੍ਰਤੀ ਜਵਾਬਦੇਹ ਬਣਾਇਆ ਜਾਵੇ। ਜਦੋਂ ਅਸੀਂ ਉਹਨਾਂ ਗੱਲਾਂ ਪ੍ਰਤੀ ਜਵਾਬਦੇਹ ਬਣਾਉਣ ਵਾਲਾ ਮੀਡੀਆ ਇੱਕ ਵੱਡੇ ਪੱਧਰ 'ਤੇ ਸਿਰਜ ਲਾਂਗੇ, ਜਿੰਨਾ ਕੁ ਜ਼ਿਆਦਾ ਸਿਰਜ ਲਾਂਗੇ ਉਹਨਾਂ ਕੁ ਜਲਦੀ ਉਹ ਗੱਲ ਲੋਕਾਂ ਤੱਕ ਵੀ ਜਾਂਦੀ ਹੈ, ਲੋਕ ਵੀ ਜਾਗਰੂਕ ਹੁੰਦੇ ਨੇ, ਤੇ ਨਾਲ ਦੀ ਨਾਲ ਸਿਆਸਤਦਾਨ ਤੇ ਬਿਊਰੋਕਰੇਟ ਵੀ ਜਵਾਬਦੇਹ ਬਣ ਜਾਂਦਾ। ਤੇ ਪੱਤਰਕਾਰਾਂ ਨੂੰ ਵੀ ਮੇਰੇ ਖਿਆਲ ਸਕੂਨ ਮਿਲਦਾ ਇਸ ਲੈਵਲ 'ਤੇ ਕਿ ਅਸੀਂ ਕੋਈ ਚੱਜ ਦਾ ਕੰਮ ਕੀਤਾ, ਅਸੀਂ ਲੋਕਾਂ ਨਾਲ ਜੁੜੇ ਹੋਏ ਧਿਰਦੇ ਹਾਂ। ਔਰ ਰੌਲਾ ਕੇਵਲ ਇੰਨਾ ਹੀ ਹੈ, ਜਿਵੇਂ ਅੰਦੋਲਨ ਦੇ ਵਿੱਚ ਸੀ ਨਾ ਵੀ ਗੁਰੂ ਨਾਨਕ ਸਾਹਿਬ ਦਾ ਸਰਬੱਤ ਦੇ ਭਲੇ ਦੀ ਫਿਲਾਸਫੀ ਚੱਲੀ ਹੈ ਵੀ ਤੁਸੀਂ ਮਾਲਕ ਭਾਗੋਆਂ ਨਾਲ ਖੜੇ ਹੋ ਕਿ ਭਾਈ ਲਾਲੋ ਨਾਲ। ਪੱਤਰਕਾਰੀ ਦਾ ਵੀ ਮੇਰੇ ਖਿਆਲ ਇਹੀ ਧਰਮ ਹੈ ਕਿ ਉਹ ਭਾਈ ਲਾਲੋਆਂ ਨਾਲ ਖੜੇ ਮਾਲਕ ਭਾਗੋ ਦੀ ਬਜਾਏ। ਇਹ ਠੀਕ ਹੈ ਕਿ ਡਿਊਟੀ ਦੀਆਂ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਦੋਂ ਬੰਦੇ ਉਸ ਪੱਧਰ ਦੇ ਉੱਤੇ ਕਰਦਾ, ਜਿਵੇਂ ਸਾਈਨਾਥ ਕਹਿੰਦਾ ਦੋ ਗੱਲਾਂ ਮੀਡੀਆ ਤੇ ਪੱਤਰਕਾਰੀ ਅਲੱਗ-ਅਲੱਗ ਹੁੰਦੀ ਹੈ। ਪੱਤਰਕਾਰ ਤੇ ਮੀਡੀਆ, ਕਿਉਂਕਿ ਪੱਤਰਕਾਰ ਤਾਂ ਲੈ ਜਾਂਦਾ ਖਬਰਾਂ ਕਈ ਵਾਰ ਲਿਜਾ ਕੇ, ਉਹਦਾ ਬਹੁਤ ਚਲਾਏਗਾ ਜਾਂ ਖਬਰ ਛਪੇਗੀ ਸਵੇਰੇ ਨੂੰ ਅਖਬਾਰ 'ਚ ਜਾਂ ਨਹੀਂ ਛਪੇਗੀ, ਉਸ ਪਾਸੇ ਦਾ ਵੀ ਇੱਕ ਪ੍ਰੋਬਲਮ ਹੈਗੀ ਹੈ। ਪਰ ਫਿਰ ਵੀ ਆਪਣੇ ਢੰਗ ਨਾਲ ਦਿਆਨਤਦਾਰੀ ਦੇ ਦੇਖਦੇ ਹੋਏ, ਕਿਉਂਕਿ ਅਸੀਂ ਲੋਕਾਂ ਦਾ ਹਿੱਸਾ, ਸਮਾਜ ਦਾ ਹਿੱਸਾ, ਸਮਾਜ ਦੇ ਹਿੱਸੇ ਦੇ ਤੌਰ 'ਤੇ ਅਸੀਂ ਸਮਾਜ ਦੇ ਸਰੋਕਾਰਾਂ ਨਾਲ ਹੀ ਜੁੜੇ ਹੋਣੇ ਚਾਹੀਦੇ। ਡਾਕਟਰ ਦਵਿੰਦਰ ਸ਼ਰਮਾ ਜੀ ਵੀ ਸਾਡੇ ਨਾਲ ਨੇ। ਡਾਕਟਰ ਸਾਹਿਬ, ਮੈਂ ਪੜ੍ਹ ਰਿਹਾ ਸੀ ਜੂਝਦਾ ਪੰਜਾਬ ਦੇ ਵੱਲੋਂ ਜਿਹੜੇ ਏਜੰਡੇ ਰੱਖੇ ਗਏ ਨੇ, ਜਿਹੜੇ ਮੁੱਦੇ ਰੱਖੇ ਗਏ ਨੇ, ਵਿੱਚ ਰਿਪੇਰੀਅਨ ਲਾ ਦੀ ਵੀ ਗੱਲ ਹੈ, ਫੈਡਰਲਿਜ਼ਮ ਦੀ ਵੀ ਗੱਲ ਹੈ। ਤੁਹਾਨੂੰ ਲੱਗਦਾ ਜਿਹੜੇ ਸੰਘਰਸ਼ ਪਹਿਲਾਂ ਵੱਡੇ ਗਏ ਸੀਗੇ ਪੰਜਾਬੀ ਸੂਬਾ ਬਣਨ ਤੋਂ ਬਾਅਦ, ਅਨੰਦਪੁਰ ਮੱਤੇ ਦੀ ਗੱਲ ਆਉਂਦੀ ਹੈ, ਫੈਡਰਲ ਸਟਰਕਚਰ ਦੀ ਗੱਲ ਆਉਂਦੀ ਹੈ, ਅੱਜ ਵੀ ਪੰਜਾਬ ਉੱਥੇ ਹੀ ਖੜਾ, ਉਹੀ ਮੁੱਦੇ ਜਿਹੜੇ ਪਹਿਲਾਂ ਸੀ ਉਹੀ ਅੱਜ ਨੇ। ਬੇਸ਼ੱਕ ਉਹ ਮੁੱਦੇ ਭਟਕਾ ਦਿੱਤੇ ਗਏ ਨੇ, ਜਿਵੇਂ ਆਟੇ ਦਾਲ ਸਕੀਮ ਦੇ ਮੁੱਦੇ ਆ ਗਏ, ਯੂਨਿਟਾਂ ਮਾਫ ਦੇ ਮੁੱਦੇ ਆ ਗਏ, ਜਿਹੜੇ ਅਸਲ ਮੁੱਦੇ ਸੀ ਭਟਕਾ ਦਿੱਤੇ ਗਏ। ਇਹੀ ਤਾਂ ਇੱਕ ਕਾਰਨ ਹੈਗਾ ਕਿ ਬਈ ਜੁਝਦਾ ਪੰਜਾਬ ਦੀ ਜ਼ਰੂਰਤ ਬਣੀ ਕਿ ਬਈ ਇਹ ਜ਼ਰੂਰੀ ਹੈ, ਕਿਉਂਕਿ ਜਿਹੜੇ ਇਸ਼ੂਜ਼ ਜਿਵੇਂ ਤੁਸੀਂ ਕਿਹਾ ਹੈਗਾ 75 ਸਾਲ ਤੋਂ ਉਹੀ ਇਸ਼ੂ ਚੱਲਦੇ ਆ ਰਹੇ ਹੈਗੇ ਆ। ਔਰ ਜੇ ਪੰਜਾਬ ਦਾ ਹਾਲਤ ਜਿਸ ਤਰ੍ਹਾਂ ਪਹਿਲੇ ਹਮੀਰ ਜੀ ਕਹਿ ਰਹੇ ਸੀਗੇ ਕਿ এনवायरमेंट ਡਿਵੈਸਟੇਟਿਡ ਹੈ, ਐਗਰੀਕਲਚਰ ਦਾ ਬੁਰਾ ਹਾਲ ਹੈਗਾ, ਆਤਮ ਹੱਤਿਆਵਾਂ ਹੋ ਰਹੀਆਂ ਹੈਗੀਆਂ, ਨੌਕਰੀਆਂ ਹੈ ਨਹੀਂ ਹੈ, ਔਰ ਚਿੱਟਾ ਪੰਜਾਬ ਕਹਿ ਲਓ ਜਾਂ ਉੜਦਾ ਪੰਜਾਬ ਕਹਿ ਲਓ, ਉਹ ਬਹੁਤ ਬੜਾ ਇੱਕ ਇਸ਼ੂ ਹੈਗਾ। ਤਾਂ ਇਸੇ ਕਰਕੇ ਹੈ ਨਾ, ਕਿਉਂਕਿ ਅਸੀਂ ਇੰਨੇ ਦਸ਼ਕਾਂ ਤੋਂ ਜੋ ਸਾਡੇ ਇਸ਼ੂ ਹੋਣੇ ਚਾਹੀਦੇ ਸੀ ਜਾਂ ਜੋ ਕੰਸਰਨ ਹੋਣੇ ਚਾਹੀਦੇ ਉਹ ਕਿਤੇ ਨਾ ਕਿਤੇ ਖੋ ਗਏ। ਔਰ ਅਸੀਂ ਉਸੇ ਸਟੇਜ 'ਤੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਗੇ, ਪਹਿਲੇ ਅੱਜ ਜਿਹੜੀ ਸਟੇਜ ਹੈਗੀ ਹੈ ਉਹ ਪਿਛਲੇ 15 ਸਾਲ 20 ਸਾਲ ਉਹ ਤੋਂ ਵੀ ਬਲਕਿ ਬੱਤਰ ਹੁੰਦੀ ਜਾ ਰਹੀ ਹੈਗੀ ਹੈ। ਸੋ ਇਹੀ ਕਾਰਨ ਸੀਗਾ ਕਿ ਬਈ ਇਹਦੀ ਜ਼ਰੂਰਤ ਮਹਿਸੂਸ ਹੋਈ ਕਿ ਬਈ, ਔਰ ਇੱਕ ਗੱਲ ਮੈਂ ਬੜੀ ਸਾਫ਼ ਦੱਸਣਾ ਚਾਹੁੰਦਾ ਹਾਂ ਕਿ ਬਈ ਲੋਕੀ ਇਹ ਸੋਚਦੇ ਹੈਗੇ ਕਿ ਬਈ ਬੇਸਿਕਲੀ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਹੈਗੇ ਆ ਉਹ ਸਿਰਫ ਮੰਚ ਦੀ ਸ਼ੋਭਾ ਬਣਾਉਣ ਵਾਸਤੇ ਆਉਂਦੇ ਹੈਗੇ ਆ ਔਰ ਫਿਰ ਉਹ ਚਲੇ ਜਾਂਦੇ ਹੈਗੇ। ਲੇਕਿਨ ਇਸ ਵਾਰੀ ਬੜੀ ਇੰਟਰਸਟਿੰਗ ਗੱਲ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਕਿ ਐਕਚੁਅਲੀ ਸੈਲੀਬ੍ਰਿਟੀਜ਼ ਨੇ ਇਨੀਸ਼ੀਏਟਿਵ ਲਿਆ। ਔਰ ਆਮ ਸ਼ੋਰ ਹਮੀਰ ਜੀ ਮੰਨਣਗੇ ਇਸ ਗੱਲ ਨੂੰ। ਜਦ ਪਹਿਲੀ ਵਾਰੀ ਅਮਿਤੋਜ ਮਾਨ ਜੀ ਮੇਰੇ ਕੋਲ ਵੀ ਜਦ ਆਏ ਔਰ ਉਹਦੇ ਬਾਅਦ ਸਭ ਨੂੰ ਮਿਲੇ ਹੈਗੇ ਆ, ਮੈਂ ਵੀ ਹੈਰਾਨ ਸੀਗਾ ਕਿ ਬਈ ਇਹ ਇੱਕ ਫਿਲਮ ਪਰਸਨੈਲਿਟੀ ਔਰ ਇੱਕ ਸਿੰਗਰਸ ਜਿਹੜੇ ਹੈਗੇ ਆ, ਇਹ ਉੱਠ ਕੇ ਜਿਸ ਤਰ੍ਹਾਂ ਅੱਜ ਵੀ ਸਵਾਲ ਪੁੱਛਿਆ ਗਿਆ ਹੈਗਾ, ਤੇ ਇਹ ਮਤਲਬ ਇਹਨਾਂ ਦੇ ਅੰਦਰੋਂ ਇੱਕ ਪੈਸ਼ਨ ਸੀਗਾ ਕਿ ਬਈ ਪੰਜਾਬ ਨੂੰ ਕੁਛ ਆਪਾਂ ਕਰਨਾ ਹੈਗਾ ਔਰ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈਗਾ ਔਰ ਅਸੀਂ ਲੋਕ ਉਹਦੇ ਨਾਲ ਜੁੜੇ ਹੈਗੇ ਆ। ਅਸੀਂ ਚਿੰਤਨ ਮੰਥਨ ਚੱਲਦਾ ਰਿਹਾ 2-3 ਮਹੀਨਿਆਂ ਤੋਂ ਔਰ ਬੇਸਿਕਲੀ ਇਹ ਕੋਸ਼ਿਸ਼ ਹੋ ਰਹੀ ਹੈ ਕਿ ਬਈ ਇੱਕ ਐਸਾ ਪਲੇਟਫਾਰਮ ਕ੍ਰੀਏਟ ਹੋ ਜਾਏ ਜਿਹੜਾ ਕਿ ਇੱਕ ਲੋਕਾਂ ਦੀ ਆਵਾਜ਼ ਬਣੇ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਲੋਕੀ ਇਹ ਸੋਚਣ ਜੀ ਇਹੀ ਕੰਮ ਕਰਨਗੇ, ਸਾਡਾ ਕੰਮ ਨਹੀਂ ਹੈਗਾ। ਆਈ ਥਿੰਕ ਦੀ ਫੋਕਸ ਇਜ਼ ਕਿ ਬਈ ਲੋਕਾਂ ਨੂੰ ਸਮਝਣਾ ਹੈ ਕਿ ਬਈ ਇੱਕ ਪਲੇਟਫਾਰਮ ਹੈਗਾ ਜਿਹਦਾ ਜੋ ਉਹਨਾਂ ਦੀ ਆਵਾਜ਼ ਤਾਂ ਹੈ, ਲੇਕਿਨ ਤੁਹਾਡੀ ਆਵਾਜ਼ ਵੀ ਉਹਦੇ ਨਾਲ ਜੁੜਨੀ ਬਹੁਤ ਜ਼ਰੂਰੀ ਹੈਗੀ ਹੈ। ਸੋ ਆਈ ਹੋਪ ਕਿ ਇਹ ਜਿਹੜਾ ਇੱਕ ਪ੍ਰਯਾਸ ਹੋ ਰਿਹਾ ਜੋ ਤੁਸੀਂ ਕਹਿ ਰਹੇ ਹੋਗੇ, ਉਹ ਇੱਕ ਨया ਇੱਕ ਜਿਹੜਾ ਕਹਿੰਦੇ ਨਾ ਇੱਕ ਨਿਊ ਨਾਰਮਲ ਦੀ ਤਰਫ ਜਾਣਾ ਜਾਂ ਨਿਊ ਪੰਜਾਬ ਤਰਫ ਜਾਣਾ, ਉਸ ਰਸਤੇ ਨੂੰ ਲੈ ਕੇ ਜਾਏਗਾ ਸਾਨੂੰ। ਜੱਸਾ ਭੱਟੀ ਜੀ, ਜਿਸ ਤਰੀਕੇ ਦੇ ਨਾਲ ਸਾਰੇ ਮੁੱਦੇ ਜਿਹੜੇ ਰੱਖੇ ਗਏ ਆ, ਤੁਸੀਂ ਇੱਕ ਪਿੰਡਾਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਰੁਸਤਮੇ ਹਿੰਦ ਰਹੇ ਹੋ ਤੁਸੀਂ, ਪਰ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰ ਲਈਏ, ਇੱਕ ਪ੍ਰੈਸ ਕਾਨਫਰੰਸ ਤੱਕ ਤਾਂ ਨਹੀਂ ਸੀਮਤ ਰਹਿ ਜਾਊਗਾ ਇਹ ਪ੍ਰੋਗਰਾਮ, ਪਿੰਡਾਂ ਤੱਕ ਪਹੁੰਚੂਗਾ। ਤੁਹਾਨੂੰ ਲੱਗਦਾ ਵੀ ਪਿੰਡਾਂ ਦੇ ਲੋਕ ਜਿਹੜੇ ਆ, ਜ਼ਿਆਦਾਤਰ ਜਿਹੜੇ ਸਾਡੇ ਬਾਬੇ ਨੇ, ਬਜ਼ੁਰਗ ਨੇ, ਉਹ ਪ੍ਰੈਸ ਕਾਨਫਰੰਸਾਂ ਨਹੀਂ ਦੇਖਦੇ। ਚੰਡੀਗੜ੍ਹ ਦੀ ਜਿਹੜੀ ਗੱਲ ਆ, ਚੰਡੀਗੜ੍ਹ ਦੇ ਆਸ-ਪਾਸ ਦੇ ਖਿੱਤਿਆਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਆ। ਲੱਗਦਾ ਵੀ ਜੂਝਦਾ ਪੰਜਾਬ ਗਰਾਊਂਡ 'ਤੇ ਜਾ ਕੇ ਵਰਕ ਕਰੂਗਾ, ਪਿੰਡਾਂ 'ਚ ਜਾਵੇਗਾ। ਇਸ ਚੀਜ਼ ਨੂੰ ਅਸੀਂ ਯਕੀਨੀ ਬਣਾਵਾਂਗੇ।
ਅਸੀਂ ਖੁਦ ਇਸ 'ਤੇ ਵਰਕ ਕਰਾਂਗੇ। ਜਿਵੇਂ ਤੁਸੀਂ ਕਿਹਾ ਵੀ ਪਿੰਡਾਂ 'ਚ ਸਾਡੀ ਪਹੁੰਚ ਆ, ਸੋ ਬਾਕੀ ਸਾਰੇ ਵੀ ਆਈ ਐਮ ਸ਼ੋਰ ਆਪੋ ਆਪਣਾ ਪਾਰਟ ਨਿਭਾਉਣਗੇ ਅਤੇ ਅਸੀਂ ਸਾਰੇ ਵੀ ਨਾਲ ਆ ਜੀ ਇਹਨਾਂ ਦੇ ਬਿਲਕੁਲ। ਅਤੇ ਬਾਕੀ ਜਿਵੇਂ ਪ੍ਰੈਸ ਕਾਨਫਰੰਸ ਦੀ ਤੁਸੀਂ ਗੱਲ ਕੀਤੀ, ਇਹ ਤਾਂ ਸਿਰਫ ਇੱਕ ਦੱਸਿਆ ਗਿਆ ਵੀ ਅਸੀਂ ਜਿੰਨੇ ਵੀ ਪੰਜਾਬ ਦੀ ਚਿੰਤਾ ਕਰਨ ਵਾਲੇ ਜਾਂ ਅਲੱਗ-ਅਲੱਗ ਖਿੱਤਿਆਂ ਦੇ ਮਾਹਰ ਲੋਕ ਨੇ ਵੀ ਅਸੀਂ ਇਕੱਠੇ ਹਾਂ। ਇਹਦਾ ਸਾਰਿਆਂ ਨੂੰ ਇੱਕ ਹੋਕਾ ਦਿੱਤਾ ਵੀ ਸਾਡੇ ਨਾਲ ਤੁਰੋ, ਇਕੱਠੇ ਹੋ। ਅਵੇਅਰਨੈਸ ਇਹ ਨਹੀਂ ਕਿ ਸਿਰਫ ਇਹ ਅਵੇਅਰ ਹੋ ਗਏ ਤਾਂ ਕੰਮ ਬਣ ਗਿਆ, ਅਵੇਅਰ ਅਸੀਂ ਸਾਰੇ ਪੰਜਾਬ ਨੂੰ ਕਰਨਾ ਆ। ਉਹਨੂੰ ਕਿੰਨਾ ਟਾਈਮ ਲੱਗਦਾ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਬਟ ਸਾਡੀ ਜਿਹੜੀ ਉਹ 100% ਟਰਾਈ ਰਹੂਗੀ ਵੀ ਹਰੇਕ ਬੰਦੇ ਤੱਕ, ਹਰੇਕ ਖਿੱਤੇ ਤੱਕ, ਹਰੇਕ ਪਿੰਡ ਸ਼ਹਿਰ ਇਹ ਚੀਜ਼ਾਂ ਪਹੁੰਚਣ ਵੀ ਸਾਡੇ ਹੱਕ ਆ ਨੇ, ਗਲੀਆਂ ਨਾਲੀਆਂ ਨਹੀਂ ਹੈਗੀਆਂ ਸਿਰਫ, ਆਹ ਸਾਡੇ ਹੱਕ ਨੇ। ਇਹ ਨਾ ਹੋਵੇ ਵੀ ਉਸ ਚੀਜ਼ ਦੀ ਇੱਕ ਚਮਕ ਦਮਕ ਦੇ ਪਿੱਛੇ ਜਿਹੜੇ ਸਾਡੇ ਆਪਣੇ ਹੱਕ ਨਹੀਂ ਉਹਨਾਂ ਦਾ ਘਾਣ ਕਰਵਾ ਲਈਏ, ਜਿਵੇਂ ਕਿ ਪਿਛਲੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ। ਸੋ ਅਸੀਂ ਯਕੀਨੀ ਬਣਾਵਾਂਗੇ ਵੀ ਹਰੇਕ ਤੱਕ ਪਹੁੰਚੇ। ਹਰਮੀਤ ਸਿੰਘ ਜੀ, ਮੈਂ ਪੜ੍ਹ ਰਿਹਾ ਸੀ ਜਿਹੜੇ ਏਜੰਡੇ ਲਿਖੇ ਗਏ ਨੇ ਜੂਝਦਾ ਪੰਜਾਬ ਦੇ ਵੱਲੋਂ, ਰਿਪੇਰੀਅਨ ਲਾਅ ਦੀ ਗੱਲ ਕੀਤੀ ਗਈ ਹੈ, ਰਾਇਲਟੀ ਲੈਣ ਦੀ ਗੱਲ ਕੀਤੀ ਗਈ ਹੈ, ਜਿਹੜੀਆਂ ਸੂਬਿਆਂ ਨੂੰ ਪਾਣੀ ਜਾ ਰਿਹਾ, ਪੰਜਾਬ ਟਰਮੀਨੇਸ਼ਨ ਐਕਟ ਦੀ ਜਿਹੜਾ ਕੈਜੂਅਲ 5 ਆ ਉਹ ਰੱਦ ਕਰਨ ਦੀ ਗੱਲ ਕੀਤੀ ਗਈ ਹੈ। ਤੁਹਾਨੂੰ ਲੱਗਦਾ ਇਹ ਯਕੀਨੀ ਹੋ ਸਕਦਾ ਹੈ ਕਿ ਜਿਹੜਾ ਕੈਜੂਅਲ 5 ਰੱਦ ਕਰ ਦਿੱਤਾ ਜਾਵੇ, ਰਾਜਸਥਾਨ ਵਿਰੋਧ ਨਾ ਕਰੂ ਜਾਂ ਜਿਹੜੀਆਂ ਹੋਰ ਸਟੇਟਾਂ ਨੇ ਪੰਜਾਬ ਦਾ ਵਿਰੋਧ ਨਾ ਕਰਨਗੀਆਂ? ਨਹੀਂ, ਉਹ ਤਾਂ ਪੰਜਾਬ ਦੀ ਅਸੈਂਬਲੀ ਨੇ ਇੱਕ ਬਿੱਲ ਪਾਸ ਕੀਤਾ ਹੋਇਆ ਅਤੇ ਉਹਨੇ ਉਹਦੇ 'ਚ ਗਲਾਜ ਦਿੱਤੀ ਹੋਈ ਆ। ਉਹ ਤਾਂ ਕਿਸੇ ਸਟੇਟ ਹੋਰ ਨਾਲ ਇਸ ਲੈਵਲ ਦੀ ਗੱਲ ਨਹੀਂ ਹੈ, ਕਿਉਂਕਿ ਇੱਕ ਪ੍ਰੈਸ਼ਰ ਸੀ 2004 ਦੇ ਵਿੱਚ ਆਇਆ ਸਰਕਾਰ 'ਤੇ। ਉਹਨੇ ਇੱਕ ਕੰਮ ਕੀਤਾ ਹੈ ਉਸ ਕਲੌਜ ਨੇ, ਕਿਉਂਕਿ ਜਿਹੜਾ ਇੱਕ ਸਟੈਂਡ ਹੁੰਦਾ ਪਹਿਲਾਂ ਪੁਰਾਣਾ, ਜਾਂ ਜਿਹੜਾ ਇੱਕ ਲੌਜੀਕਲ ਜਾਂ ਦਲੀਲ ਦੇ ਆਧਾਰਿਤ ਗੱਲ ਹੁੰਦੀ ਹੈ ਕਿ ਤੁਸੀਂ ਕਿਹੜੀ ਗੱਲ ਨੂੰ ਵਾਜਬ ਮੰਨਦੇ ਹੋ। ਭਾਰਤ ਦਾ ਸੰਵਿਧਾਨ ਸਭ ਤੋਂ ਵਾਜਬ ਮੰਨਿਆ ਜਾਂਦਾ ਨਾ, ਕਿ ਅਸੀਂ ਉਹਦੇ ਮੁਤਾਬਕ ਸਾਰੇ ਬਾਕੀ ਜਿਹੜੇ ਕਾਨੂੰਨ ਨੇ ਉਹਦੇ ਦਾਇਰੇ 'ਚ ਰਹਿਣੇ ਚਾਹੀਦੇ ਨੇ, ਮਤਲਬ ਉਹਦੇ ਦਾਇਰੇ 'ਚੋਂ ਬਾਹਰ ਨਹੀਂ ਜਾਣੇ ਚਾਹੀਦੇ। ਔਰ ਚਾਹੇ ਪਾਣੀਆਂ ਦੀ ਵੰਡ ਦਾ ਮਾਮਲਾ ਹੋਵੇ, ਚਾਹੇ ਕੋਈ ਹੋਰ ਮਾਮਲਾ ਹੋਵੇ, ਉਹਨੂੰ ਜਦੋਂ ਨਜਿੱਠਣਾ ਹੈ ਤਾਂ ਉਹ ਨਜਿੱਠਣਾ ਇੱਕ ਵੱਡੇ ਦਾਇਰੇ ਦੇ ਵਿੱਚ ਨਜਿੱਠਣਾ ਹੁੰਦਾ ਹੈ। ਪੰਜਾਬ ਤਾਂ ਵਾਰ-ਵਾਰ ਕਹਿ ਰਿਹਾ ਕਿ ਰਿਪੇਰੀਅਨ ਲਾਅ ਦੇ ਅਧੀਨ ਸਾਨੂੰ ਪੰਜਾਬ ਨੂੰ ਇਹ ਕੀਤਾ। ਪਹਿਲਾਂ ਇੱਕ ਕੇਸ ਵੀ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਨੇ, ਕਿ ਜਿਹੜਾ 1966 ਦੇ ਸੈਕਸ਼ਨ 78, 79, 80 ਨੇ ਇਹ ਸੰਵਿਧਾਨ ਨਾਲ ਟਕਰਾਉਂਦੇ ਨੇ ਤੇ ਇਹਨਾਂ ਨੂੰ ਖਾਰਜ ਕਰਨਾ ਚਾਹੀਦਾ। ਜਿਹੜੇ ਇਹ ਤਿੰਨੇ ਸੈਕਸ਼ਨ ਖਾਰਜ ਕਰਨੇ ਚਾਹੀਦੇ ਨੇ, ਤਾਂ ਕਿ ਜਿਵੇਂ ਬਾਕੀ ਦੇ ਸੂਬਿਆਂ ਦੇ, ਸਾਊਥ ਇੰਡੀਆ ਦੇ, ਚਾਹੇ ਉਹ ਨਰਮਦਾ ਦਾ ਮਾਮਲਾ ਹੋਵੇ ਔਰ ਗੋਦਾਵਰੀ ਦਾ ਮਾਮਲਾ ਹੋਵੇ, ਉੱਥੇ ਟ੍ਰਿਬਿਊਨਲ ਬਣਦੇ ਨੇ। ਟ੍ਰਿਬਿਊਨਲ ਬਣ ਕੇ ਜਿਹੜੀ ਸਟੇਟ ਦਾ ਜਿੰਨਾ ਹਿੱਸਾ ਹੁੰਦਾ ਉਹਨੂੰ ਉਹ ਦੇ ਦਿੰਦੇ ਨੇ ਉਸ ਲਿਹਾਜ਼ ਦੇ ਨਾਲ। ਤੇ ਸਾਡੇ ਮਾਮਲੇ ਦੇ ਵਿੱਚ ਇਹਨਾਂ ਨੇ ਇੱਕ ਗੱਲ ਕੀਤੀ ਕਿ ਉਹ ਤੋਂ ਬਚਣ ਲਈ ਇੱਕ ਕਾਨੂੰਨ ਬਣਾਇਆ ਡਰੇਨੇਜ ਦੇ ਮਾਮਲੇ ਦੇ ਵਿੱਚ, ਪਰ ਉਹ 'ਚ ਸੈਕਸ਼ਨ 5 ਕਰਤਾ। 5 ਕੀ ਕਰਤਾ? 5 ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿੰਨਾ ਪਾਣੀ ਜਾਂਦਾ ਉਹ ਜਾਂਦਾ ਰਹੂਗਾ, ਤੇ ਜਿੰਨਾ ਪਾਣੀ ਪੰਜਾਬ ਦੇ ਪਹਿਲਾਂ ਵਰਤ ਰਿਹਾ ਇਹਨੂੰ ਮਿਲਦਾ ਰਹੇਗਾ, ਤੇ ਹੁਣ ਅਗਲਾ ਮਾਮਲਾ ਅੱਗੇ ਦੇਖਿਆ ਜਾਏਗਾ। ਤਾਂ ਜਿਹੜੀ ਇੱਕ ਸਿਧਾਂਤਕ ਤੁਹਾਡੀ ਪਹੁੰਚ ਹੁੰਦੀ ਹੈ, ਸਿਧਾਂਤਕ ਪਹੁੰਚ ਇਹ ਹੁੰਦੀ ਹੈ ਕਿ ਅਸਲ ਦੇ ਵਿੱਚ ਪਾਣੀ ਤਾਂ ਪਹਿਲਾਂ ਵੀ ਜਾ ਹੀ ਰਿਹਾ, ਜਿਹੜਾ ਜਾਂਦਾ ਉਹ ਰੋਕਣਾ ਥੋੜ੍ਹੀ, ਨਾ ਧਾਰਾ ਕੱਢਣ ਨਾਲ ਜਦੇ ਰੁਕ ਜਾਣਾ, ਨਾ ਧਾਰਨਾ ਪਾਉਣ ਨਾਲ ਕੋਈ ਜਾਣ ਲੱਗਿਆ, ਉਹ ਪਹਿਲਾਂ ਵੀ ਜਾਂਦਾ। ਰਾਇਲਟੀ ਦੀ ਜਿਹੜੀ ਗੱਲ ਕੇਵਲ ਇਹ ਹੈ ਕਿ ਉਦੋਂ ਤੁਸੀਂ ਫਿਰ ਇੱਕ ਜਿਹੜਾ ਸਟੈਂਡ ਕਰੈਕਟ ਕਰਦੇ ਹੋ, ਚਾਹੇ ਤੁਸੀਂ ਸੁਪਰੀਮ ਕੋਰਟ 'ਚ ਜਾਣਾ, ਤੁਸੀਂ ਕਿਤੇ ਜਾਣਾ ਹੈ। ਇਦੋਂ ਪਹਿਲਾਂ ਕੋਈ ਕਾਨੂੰਨ ਨਹੀਂ ਹੈ ਇਹੋ ਜਿਹਾ ਜਿਹੜਾ ਕਾਨੂੰਨ ਇਹ ਸਾਬਤ ਕਰਦਾ ਹੋਵੇ ਕਿ ਆਹ ਹੱਕ ਦੇ ਤੌਰ 'ਤੇ ਪਾਣੀ ਫਲਾਨੀ ਜਗ੍ਹਾ ਜਾ ਰਿਹਾ। ਇਹਨੇ ਹੱਕ ਬਣਾਤਾ ਨਾ ਜਦੋਂ ਤੁਸੀਂ ਲਾ ਦੇ ਤੌਰ 'ਤੇ ਕਹਿੰਦੇ ਹੋ। 1997 ਦੀ ਜਿਹੜੀ ਹੈ ਨਾ, 2007 ਦੀ ਜਿਹੜੀ ਅਕਾਲੀ ਦਲ ਦੀ ਗੌਰਮੈਂਟ ਜਦੋਂ ਬਣੀ ਹੈ, ਉਹਦੇ ਚੋਣ ਮੈਨੀਫੈਸਟੋ 'ਚ ਵੀ ਇਹ ਸੀ ਕਿ ਅਸੀਂ ਇਹ ਧਾਰਾ ਨੂੰ ਕੱਢਾਂਗੇ ਇਹਦੇ ਵਿੱਚੋਂ। ਤਾਂ ਉਹ ਕਿਸੇ ਨੇ ਨਹੀਂ ਹਿੰਮਤ ਕੀਤੀ। ਮੈਨੂੰ ਤਾਂ ਲੱਗਦਾ ਉਹਦੇ ਨਾਲ ਤਾਂ ਨਾ ਪ੍ਰੈਕਟੀਕਲੀ ਫਰਕ ਨਹੀਂ ਪੈਣਾ, ਸਿਧਾਂਤਕ ਫਰਕ ਪੈਣਾ ਅਸਲ 'ਚ। ਪ੍ਰੈਕਟਿਸ ਦਾ ਤਾਂ ਉਦੋਂ ਬਾਅਦ ਦਾ ਸਵਾਲ ਹੈ, ਔਰ ਉਹ ਪੰਜਾਬ ਅਸੈਂਬਲੀ ਕਰ ਸਕਦੀ ਹੈ ਕਿਤੋਂ ਬਾਹਰ ਨਹੀਂ। ਜਿਹੜੀ ਵੀ ਨਵੀਂ ਸਰਕਾਰ ਚੁਣੇ, ਜੇ ਉਹ ਵਾਅਦਾ ਕਰੇ ਤਾਂ ਕਰ ਲੇ। ਨਹੀਂ, ਜੇ ਰਾਇਲਟੀ ਦੂਸਰੀ ਸਟੇਟ ਤੋਂ ਮੰਗੀ ਜਾਂਦੀ ਹੈ, ਲੱਗਦਾ ਉਹ ਚੁੱਪ ਕਰਕੇ ਰਾਇਲਟੀ ਦੇ ਦੇਣਗੇ? ਨਹੀਂ, ਰਾਇਲਟੀ ਕੋਈ ਚੁੱਪ ਕਰਕੇ ਜਾਂ ਨਾ, ਮੇਰਾ ਨਹੀਂ ਖਿਆਲ। ਉਹਦਾ ਰੀਜਨ ਇਹ ਹੈ, ਉਹਦੇ ਪਿੱਛੇ ਵੀ ਇੱਕ ਪ੍ਰਿੰਸੀਪਲ ਹੈ ਕਿ ਜਦੋਂ ਬ੍ਰਿਟਿਸ਼ ਪੰਜਾਬ ਸੀ, ਅੰਗਰੇਜ਼ਾਂ ਦਾ ਪੰਜਾਬ ਸੀ, ਉਦੋਂ 2 ਨਹਿਰਾਂ ਨਿਕਲੀਆਂ ਸੀ ਇਹੋ ਜਿਹੀਆਂ ਜਿਹੜੀਆਂ ਉਦੋਂ ਦੇ ਪੰਜਾਬ ਵੇਲੇ ਸੀ। ਇੱਕ ਤਾਂ ਪਟਿਆਲੇ ਵਾਲੀ ਨਹਿਰ ਹੈ, ਇੱਕ ਗੰਗ ਕਨਾਲ ਹੈ। ਈਵਨ ਪਟਿਆਲਾ ਉਦੋਂ ਪੈਪਸੂ ਦਾ ਹਿੱਸਾ ਸੀ, ਪੰਜਾਬ ਤਾਂ ਸਤਲੁਜ ਤੋਂ ਪਰਾਂ ਸੀ, ਮਤਲਬ ਇੱਧਰਲਾ ਹਿੱਸਾ ਰਿਆਸਤਾਂ ਸੀਗੀਆਂ। ਉਦੋਂ ਵੀ ਚਾਹੇ ਬਹੁਤ ਨੋਮੀਨਲ ਸੀ, ਉਹ ਰਾਇਲਟੀ ਆਈ ਨਹੀਂ ਸੀ, ਉਹਦੇ 'ਚੋਂ ਪੈਸੇ ਕਮਾਉਣੇ ਨੇ। ਪਰ ਉਹਨਾਂ ਨੇ ਐਗਰੀਮੈਂਟ 'ਚ ਇਹ ਲਿਖਿਆ ਕਿ ਪਾਣੀ ਤਾਂ ਸਾਡਾ, ਤੁਸੀਂ ਲੈ ਰਹੇ ਹੋ ਲੈ ਲਓ, ਪਰ ਇਹਦੇ ਲਈ ਚਾਹੇ 1 ਪੈਸਾ ਦਿਓ, ਤੇ ਤਾਂ ਕਿ ਐਂ ਲੱਗੇ ਓਨਰਸ਼ਿਪ ਦਾ ਸਵਾਲ ਹੁੰਦਾ, ਜਿਹੜਾ ਮਾਲਕੀ ਦਾ ਸਵਾਲ ਹੁੰਦਾ। ਚਾਹੇ ਫਰੀ ਸਾਰਾ ਦੇ ਦਿਓ ਜੇ ਦੇਣਾ ਵੀ ਚਾਹੁੰਦੇ ਨੇ, ਬਾਕੀ ਉਹ ਸੀਗਾ। ਇਹੀ ਗੰਗ ਕਨਾਲ ਦੇ ਜਿਹੜਾ 1956 ਦੇ ਵਿੱਚ ਫਿਰ ਇੱਕ ਮੀਟਿੰਗ ਹੋਈ ਸੀ, ਗੁਲਜ਼ਾਰੀ ਲਾਲ ਨੰਦਾ ਇਰੀਗੇਸ਼ਨ ਮਿਨਿਸਟਰ ਹੁੰਦੇ ਸੀ ਕੰਟਰੀ ਦੇ, ਉਹਨਾਂ ਦੀ ਅਗਵਾਈ 'ਚ। ਤੇ ਉਸ ਮੀਟਿੰਗ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਜਿਹੜੀ ਰਾਇਲਟੀ ਦੀ ਗੱਲ ਹੈ ਉਹ ਬਾਅਦ ਦੇ ਵਿੱਚ ਸੈਟਲ ਕਰ ਲਾਂਗੇ, ਪਰ ਉਹ ਬਾਅਦ ਆਇਆ ਹੀ ਨਹੀਂ, ਕਦੇ ਸੈਟਲ ਹੀ ਨਹੀਂ ਹੋਈ। ਉਹ ਇੱਕ ਉਦੋਂ ਦੀ ਇੱਕ ਪ੍ਰਿੰਸੀਪਲ ਦਾ ਕੋਈ ਕੁਐਸਚਨ ਹੈ, ਜਾਂ ਤਾਂ ਉਹਨੂੰ ਬੈਠ ਕੇ ਹੱਲ ਕਰ ਲਿਆ ਜਾਏ ਵੀ ਕੀ ਉਹ ਸਿਧਾਂਤ ਠੀਕ ਹੈ ਜਾਂ ਨਹੀਂ। ਜੇ ਉਹ ਸਿਧਾਂਤ ਠੀਕ ਨਹੀਂ ਤਾਂ ਦੇਸ਼ ਉਹਨੂੰ ਬਦਲ ਲੇ, ਤਾਂ ਸਾਰੇ ਕਿਤੇ ਇੱਕੋ ਹੀ ਸਿਧਾਂਤ ਲਾਗੂ ਹੋਵੇ। ਮਤਲਬ ਸਿਧਾਂਤ ਇੱਕੋ ਲਾਗੂ ਹੋਣਾ ਚਾਹੀਦਾ, ਕਾਨੂੰਨ ਇੱਕੋ ਲਾਗੂ ਹੋਣਾ ਚਾਹੀਦਾ। ਇੱਕ ਦੇਸ਼ 'ਚ 2 ਕਾਨੂੰਨ ਨਹੀਂ ਚਾਹੀਦੇ। ਜਿਹੜੇ ਆਖਦੇ ਨੇ, ਜਿਹੜੀਆਂ ਘੱਟ ਗਿਣਤੀ ਕੌਮਾਂ ਆਖਦੀਆਂ ਨੇ
ਸਾਡੇ ਨਾਲ ਸਟੇਟ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ, ਜਾਂ ਪੰਜਾਬ ਨਾਲ ਪੰਜਾਬੀ ਆਖਦੇ ਨੇ ਸ਼ੁਰੂ ਤੋਂ ਧੱਕਾ ਕੀਤਾ ਜਾਂਦਾ, ਫਿਰ ਇਹ ਇੱਕ ਉਦਾਹਰਨ ਹੋ ਸਕਦੀ ਹੈ। ਇਹ ਉਦਾਹਰਨ ਰਹੀ ਹੈ ਵੱਡੀ। ਜੇ ਤੁਸੀਂ ਆ ਧਰਮ ਯੁੱਧ ਮੋਰਚਾ ਜਿਹੜਾ ਚ ਵਗ ਰਿਹਾ, ਜਿਹਨੇ ਪੰਜਾਬ ਦੇ ਵਿੱਚ ਬਹੁਤ ਵੱਡਾ, ਜੇ ਪੰਜਾਬ ਦੇ ਵਿੱਚ ਇੱਕ ਟਰਮੋਇਲ ਆਇਆ ਜਿਹੜਾ ਅਸਲ ਦੇ ਵਿੱਚ, ਇਹ ਈਵਨ ਪਾਣੀ ਤੋਂ ਇੱਕ ਮੋਰਚਾ ਲੱਗਿਆ ਸੀ, ਕਪੂਰੀ ਮੋਰਚਾ ਜਿਹਨੂੰ ਆਪਾਂ ਕਹਿੰਦੇ ਆ, 1982 ਦੇ ਵਿੱਚ, 8 ਅਪ੍ਰੈਲ 1982 ਨੂੰ। ਤੇ ਉਦੋਂ ਬਾਅਦ ਉਹ ਧਰਮ ਯੁੱਧ ਮੋਰਚੇ 'ਚ ਬਦਲਿਆ, ਤੇ ਫਿਰ ਮਤਲਬ ਉਸ ਲੈਵਲ ਦੀਆਂ ਗ੍ਰਿਫਤਾਰੀਆਂ ਹੋਈਆਂ। ਉਹਦੇ ਨਾਲ ਸਟੇਟ 'ਚ ਹੋਇਆ ਕੀ, ਜਿਹੜਾ ਸ਼ਾਂਤਮਈ ਅੰਦੋਲਨ ਸੀ ਉਹਦੇ ਤੇ ਸਖਤੀ ਕੀਤੀ, ਜਿਹੜਾ ਦੂਜੇ ਪਾਸੇ ਦਾ ਫਿਰ ਭੜਕਾ ਕੇ ਦੂਜਾ ਅੰਦੋਲਨ ਸੀ ਉਹਨੂੰ ਛੂਟ ਦਿੱਤੀ। ਉਹਦੇ ਨਾਲ ਇੱਕ ਹਥਿਆਰਬੰਦ ਸੈਟਅਪ ਸ਼ੁਰੂ ਹੋ ਗਿਆ। ਉਹਦੇ ਨਾਲ ਮਤਲਬ ਨੁਕਸਾਨ ਵੀ ਕਿੱਡਾ ਵੱਡਾ ਹੋਇਆ ਤੇ ਮਿਲਦਾ ਵੀ ਕੁਛ ਨਹੀਂ ਜਿਹੜਾ ਵੱਡਾ। ਇਸੇ ਕਰਕੇ ਉਹਦੇ ਤੋਂ ਐਤਕੀ ਦੇ ਕਿਸਾਨ ਅੰਦੋਲਨ ਨੇ ਸਿੱਖਿਆ ਕਿ ਅੰਦੋਲਨ ਜੇ ਕਰਨਾ ਕਿਸੇ ਵੀ ਮੰਗਾਂ ਦੇ ਆਧਾਰ ਤੇ, ਤਾਂ ਉਹ ਅੰਦੋਲਨ ਸ਼ਾਂਤਮਈ ਹੋਣਾ ਚਾਹੀਦਾ। ਸ਼ਾਂਤਮਈ ਅੰਦੋਲਨ ਹੀ ਸਰਕਾਰਾਂ ਨੂੰ ਹਰਾ ਸਕਦਾ ਕਿਸੇ ਵੀ ਰੂਪ ਦੇ ਵਿੱਚ, ਦੂਜਾ ਅੰਦੋਲਨ ਨਹੀਂ ਹਰਾ ਸਕਦਾ। ਪਰ ਉਦੋਂ ਬਾਅਦ ਵੀ ਇੱਕ ਸਮਝੌਤਾ ਹੋਇਆ ਜਿਹੜਾ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤੇ ਦੇ ਨਾਂ ਤੇ ਜਿਹੜਾ ਹੋਇਆ, ਉਹ ਕਿਹੜਾ ਲਾਗੂ ਹੋ ਗਿਆ। ਉਹਨੂੰ ਪਾਰਲੀਮੈਂਟ ਨੇ ਵੀ ਕਿਹਾ ਸੀ, ਪਾਰਲੀਮੈਂਟ ਦੇ ਵਿੱਚ ਵੀ ਉਹ ਇੱਕੋ ਇੱਕ ਸਮਝੌਤਾ ਸੀ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕਿਸੇ ਪਾਰਟੀ ਦੇ ਪ੍ਰਧਾਨ 'ਚ ਹੋਇਆ। ਪਾਰਲੀਮੈਂਟ ਦੀ ਉਹਨੂੰ ਸਪੋਰਟ ਸੀ, ਉਹਦੇ ਬਾਵਜੂਦ ਵੀ ਉਹ ਐਵੇਂ ਹੀ ਤੁਰਿਆ ਫਿਰਦਾ, ਉਹ ਸਮਝੌਤਾ ਵੀ ਲਾਗੂ ਨਹੀਂ। ਇਹ ਮਤਲਬ ਸਿਆਸਤਦਾਨਾਂ ਦੀ ਅਸਲ 'ਚ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਦਨੀਤੀ ਹੈ, ਨਾ ਕਿ ਉਹਦੇ 'ਚ ਸੁਹਿਰਦਤਾ ਹੈ। ਜੇ ਸੁਹਿਰਦਤਾ ਹੋਵੇ ਸ਼ਾਇਦ ਇਹ ਰੌਲੇ ਨਿਪਟ ਸਕਦੇ ਨੇ। ਹੁਣ ਵੀ ਤੁਸੀਂ ਦੇਖੋ ਕਿ ਐਸਾ ਅੰਦੋਲਨ ਸੀ, SYL ਤੇ ਪੰਜਾਬ ਦਾ ਪੋਲੀਟੀਸ਼ੀਅਨ ਵੀ ਤੇ ਹਰਿਆਣੇ ਦਾ ਪੋਲੀਟੀਸ਼ੀਅਨ ਵੀ ਵੋਟਾਂ ਲੈਂਦਾ ਸੀ ਟਕਰਾ ਕਰਕੇ, ਪਰ ਕਿਸਾਨ ਅੰਦੋਲਨ 'ਚ ਆਇਆ, ਦੋਨੋਂ ਦਾ ਮੁਹੱਬਤ ਹੋ ਗਈ ਪੰਜਾਬ ਹਰਿਆਣੇ ਦੀ। ਜਦ ਉੱਥੋਂ ਪੁੱਛਦੇ ਸੀ ਹਰਿਆਣੇ ਵਾਲੇ ਨੂੰ, ਉਹ ਕਹਿੰਦੇ ਯਾਰ ਪਾਣੀ ਨਹੀਂ ਵੀ ਮੈਨੂੰ ਕੋਈ ਨਹੀਂ, ਪਰ ਅਸੀਂ ਹੁਣ ਭਰਾ ਹੋ ਗਏ। ਪੰਜਾਬ ਵਾਲੇ ਨੂੰ ਪੁੱਛਦੇ ਸੀ, ਉਹ ਕਹਿੰਦਾ ਪਾਣੀ ਅਸੀਂ ਉਦੋਂ ਵੀ ਜ਼ਿਆਦਾ ਦੇ ਦਾਂਗੇ ਯਾਰ, ਕੋਈ ਗੱਲ ਨਹੀਂ, ਆਪਾਂ ਇਕੱਠੇ ਹੋ ਗਏ ਹੁਣ। ਮਤਲਬ ਮੁਹੱਬਤ ਦੇ ਤਰੀਕੇ ਨਾਲ ਚੀਜ਼ਾਂ ਦੀ ਵੰਡ ਜਿਹੜੀ ਹੁੰਦੀ ਹੈ, ਉਹ ਸ਼ਾਇਦ ਜਿਹੜੀ ਵੋਟ ਦੀ ਥੋੜ੍ਹੇ ਸਮੇਂ ਦੀ ਸਿਆਸਤ ਹੁੰਦੀ ਹੈ, ਉਹ ਕਈ ਮੁੱਦਿਆਂ ਨੂੰ ਉਲਝਾ ਦਿੰਦੀ ਹੈ। ਇਹ ਉਸ ਸਿਆਸਤ ਨੇ ਜ਼ਿਆਦਾ ਉਲਝਾਏ ਨੇ। ਨਹੀਂ ਤਾਂ ਇੱਕ ਦੇਸ਼ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਮਿਲ ਕੇ ਜਿਹੜੇ ਵੱਡੇ ਮੁੱਦੇ ਨੇ ਉਹ ਬੈਠ ਕੇ ਹੱਲ ਹੋਣੇ ਚਾਹੀਦੇ ਸੀ, ਇਨਸਾਫ ਪਸੰਦ ਹੋਣੇ ਚਾਹੀਦੇ ਸੀ। ਇਨਸਾਫ ਉਦੋਂ ਹੁੰਦਾ ਹੈ ਜਦੋਂ ਕਾਨੂੰਨ ਦੀ ਨਜ਼ਰ 'ਚ ਇੱਕੋ ਤਰੀਕੇ ਦੀ ਸੋਚ ਹੁੰਦੀ ਹੈ। ਜਦੋਂ ਵੱਖ-ਵੱਖ ਤਰੀਕੇ ਲਾਗੂ ਕੀਤੇ ਜਾਣਗੇ ਤਾਂ ਇੱਕ ਦੂਜੀ ਧਿਰ ਨੂੰ ਲੱਗਦਾ ਮੇਰੇ ਨਾਲ ਬੇਇਨਸਾਫੀ ਹੋਈ ਹੈ, ਤੀਜੀ ਨੂੰ ਲੱਗਦਾ ਮੇਰੇ ਨਾਲ ਬੇਇਨਸਾਫੀ ਹੋਈ ਹੈ। ਜੇ ਸਹੀ ਦੇਸ਼ ਚਲਾਉਣਾ ਹੈ ਜਾਂ ਸਹੀ ਤਰੀਕੇ ਦੇ ਨਾਲ ਪ੍ਰਬੰਧ ਚਲਾਉਣਾ ਹੈ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਪੋਲੀਟੀਸ਼ੀਅਨ ਉੱਪਰ ਬੈਠਾ ਹੈ ਜਿਹੜਾ, ਉਹ ਇੱਕ ਨਜ਼ਰ ਨਾਲ ਦੇਖਣ ਵਾਲਾ ਹੋਣਾ ਚਾਹੀਦਾ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਇਹ ਮੁੱਦੇ ਰੱਖੇ ਗਏ ਨੇ, ਇਹ ਏਜੰਡੇ ਬਣਾਏ ਗਏ ਨੇ, ਲੱਗਦਾ ਹੈ ਜੇ ਕੋਈ ਸਿਆਸੀ ਧਿਰ ਆ ਕੇ ਆਖਦੀ ਹੈ ਕਿ ਅਸੀਂ ਇਹਨਾਂ ਮੁੱਦਿਆਂ ਦੀ ਪੈਰਵਾਈ ਕਰਾਂਗੇ, ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ, ਕੀ ਸੋਚੋਗੇ ਫਿਰ ਤੁਸੀਂ? ਜੂਝਦਾ ਪੰਜਾਬ ਕੀ ਸੋਚੇਗਾ? ਨਾਲ ਲੈ ਕੇ ਚੱਲ ਸਕਦੇ ਹੋ ਕਿਸੇ ਪਾਰਟੀ ਨੂੰ, ਜਾਂ ਤੁਸੀਂ ਕਿਸੇ ਪਾਰਟੀ ਨਾਲ ਚੱਲ ਸਕਦੇ ਹੋ? ਇਹ ਆਬਜੈਕਟਿਵ ਹੈ ਹੀ ਨਹੀਂ ਹੈ। ਇਹ ਆਬਜੈਕਟਿਵ ਨਹੀਂ ਹੈ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਚੱਲਣਾ, ਜਾਂ ਉਹਨਾਂ ਨੂੰ ਇਹ ਮੁੱਦੇ ਜਿਹੜੇ ਹੈਗੇ ਆ ਉਹ ਕਹਿਣ ਕਿ ਅਸੀਂ ਲੈ ਕੇ ਚੱਲ ਰਹੇ ਹਾਂ ਤਾਂ ਅਸੀਂ ਨਾਲ ਉਹਦੇ ਖੜੇ ਜਾਵਾਂਗੇ। ਇਹ ਆਬਜੈਕਟਿਵ ਨਹੀਂ ਹੈ। ਆਬਜੈਕਟਿਵ ਇਹ ਹੈਗਾ ਕਿ ਇੱਕ ਤਾਂ ਪਹਿਲੇ ਪ੍ਰਦੇਸ਼ ਨੂੰ ਸੈਂਸਿਟਾਈਜ਼ ਕਰਨਾ ਹੈਗਾ, ਲੋਕਾਂ ਨੂੰ ਸੈਂਸਿਟਾਈਜ਼ ਕਰਨਾ ਹੈਗਾ, ਲੋਕਾਂ ਨੂੰ ਸਮਝਣਾ ਹੈਗਾ ਕਿ ਵੀ ਉਹ ਉਹਨਾਂ ਦੀ ਜਿਹੜੀ ਆਵਾਜ਼ ਹੈਗੀ ਹੈ, ਇਹ ਨਹੀਂ ਕਿ ਸਾਡੇ ਮਾਧਿਅਮ ਤੋਂ ਨਿਕਲਣੀ ਹੈ, ਪਰ ਉਹਨਾਂ ਨੂੰ ਆਵਾਜ਼ ਨੂੰ ਇੱਕ ਜੋੜਨ ਦਾ ਮੌਕਾ ਮਿਲੇਗਾ, ਇੱਕ ਪਲੇਟਫਾਰਮ ਮਿਲੇਗਾ ਜਿੱਥੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹੈਗੇ ਆ। ਔਰ ਦੂਸਰੀ ਗੱਲ ਹੈ ਕਿ ਪੋਲੀਟੀਕਲ ਪਾਰਟੀਜ਼ ਵਿੱਚ ਕਿਤੇ ਨਹੀਂ ਕਿਹਾ, ਅਸੀਂ ਕਹਿੰਦੇ ਹਾਂ ਕਿ ਵੀ ਜੋ ਵੀ ਕੈਂਡੀਡੇਟ ਜਿਹੜਾ ਹੈ ਉਹ ਕਮਿਟ ਕਰਦਾ ਇਸ ਦੇ ਨਾਲ, ਕਿਸੇ ਵੀ ਪਾਰਟੀ ਦਾ ਹੋਏ, ਅਸੀਂ ਉਹਦੀ ਬੈਕਅਪ ਕਰਾਂਗੇ, ਉਹਨੂੰ ਕਹਾਂਗੇ ਕਿ ਹਾਂ ਇਹਨੂੰ ਵੋਟ ਪਾਓ। ਇਹ ਨਹੀਂ ਹੈ ਕਿ ਵੀ ਇੱਕੋ ਪਾਰਟੀ ਨੂੰ ਹੀ ਕਰਨਾ ਹੈਗਾ, ਦੂਸਰੀ ਪਾਰਟੀ ਨੂੰ ਨਹੀਂ ਕਰਨਾ। ਇਹ ਤਾਂ ਕਿਤੇ ਜੁਝਦਾ ਪੰਜਾਬ ਦਾ ਕੋਈ ਆਬਜੈਕਟਿਵ ਇਹ ਨਹੀਂ ਹੈਗਾ। ਬਸ ਇਹ ਹੈ ਕਿ ਵੀ ਤੁਸੀਂ ਇੰਡੀਵਿਜੂਅਲ ਜਿਹੜੇ ਸਪੋਰਟ ਕਰਦੇ ਹੈਗਾ ਜਾਂ ਪਾਰਟੀ ਕਰਨਾ ਚਾਹੁੰਦੀ ਹੈ ਲੈਟਰ ਸੇ, ਤਾਂ ਵੀ ਉਹਦੇ ਨਾਲ ਅਸੀਂ ਹੈਗੇ, ਲੇਕਿਨ ਪਹਿਲੇ ਕਮਿਟ ਤਾਂ ਕਰੇ ਨਾ। ਜਿਸ ਤਰ੍ਹਾਂ ਉਹ ਕਹਿ ਰਹੇ ਸੀ ਹਮੀਰ ਜੀ ਕਿ ਐਫੀਡੇਵਿਟ ਜਿਹੜੇ ਹੈਗੇ ਆ ਉਹ ਸਾਈਨ ਕਰਨ, ਉਹ ਮਤਲਬ ਜੋ ਵੀ ਇੱਕ ਸਟੈਪਸ ਅਨਾਊਂਸ ਕੀਤੇ ਗਏ ਜਾਂ ਉਹ ਜੋ ਦਰਸਾਏ ਗਏ ਹੈਗੇ ਉਹਨਾਂ ਉੱਪਰ ਸਟੈਪ ਚੱਲਣਗੇ ਤਾਂ ਜੇ ਸਪੋਰਟ ਹੋਏਗੀ। ਪਰ ਆਈ ਥਿੰਕ ਮੋਰ ਇੰਪੋਰਟੈਂਟ ਜਿਹੜਾ ਹੈ ਨਾ ਕਿ ਵੀ ਤੁਸੀਂ ਸੋਚੋ ਕਿ ਵੀ ਇੱਕ ਇੰਡੀਵਿਜੂਅਲ ਨੂੰ ਸਪੋਰਟ ਕੀਤਾ ਜਾਂ ਦੂਜੇ ਨੂੰ ਕੀਤਾ, ਇਹ ਤਾਂ ਪ੍ਰੋਸੈਸ ਜਿਹੜਾ ਹੈਗਾ ਕੰਟੀਨਿਊਸ ਹੈਗਾ। ਪਰ ਇੱਕ ਜਿਹੜੀ ਇੰਪੋਰਟੈਂਟ ਜਿਹੜੀ ਗੱਲ ਆ ਰਹੀ ਹੈ ਇਸ ਗਰੁੱਪ ਵਿੱਚ ਉਹ ਹੈ ਕਿ ਬਈ ਵਾਚਡੌਗ ਹੋਏਗਾ ਈਵਨ ਆਫਟਰ ਇਲੈਕਸ਼ਨ, ਆਫਟਰ ਜੇ ਸਰਕਾਰ ਬਣ ਜਾਏਗੀ। ਨੋਰਮਲੀ ਕੀ ਹੁੰਦਾ, ਜਿੰਨਾ ਕੁ ਜ਼ੋਰ ਲੱਗਦਾ ਉਹ ਲੱਗਦਾ ਸਿਰਫ ਇਲੈਕਸ਼ਨ ਵਾਸਤੇ, ਕਿਉਂਕਿ ਇੱਕ ਤਾਂ ਕਈ ਜਗ੍ਹਾ ਮੈਂ ਦੇਖਿਆ ਸਰ ਕਿ ਲੋਕਾਂ ਦਾ ਆਪਣਾ ਇੰਟਰਸਟ ਵੀ ਹੁੰਦਾ ਹੈ ਕਿ ਇਸ ਪਲੇਟਫਾਰਮ ਨੂੰ ਯੂਜ਼ ਕਰਕੇ ਉਹ ਕਿਤੇ ਆਪਣੀ ਟਿਕਟ ਦੀ ਗੁੰਜਾਇਸ਼ ਬਣ ਜਾਏ। ਇੱਕ ਗੱਲ ਤਾਂ ਇਹ ਹੁੰਦੀ ਹੈ ਜੋ ਕਿ ਜੂਝਦਾ ਪੰਜਾਬ ਨੇ ਬੜਾ ਸਪਸ਼ਟ ਕਹਿਤਾ ਕਿ ਸਾਡਾ ਕਿਸੇ ਦਾ ਇੰਟੈਂਸ਼ਨ ਨਹੀਂ ਹੈ ਉਹਦੇ 'ਚ ਪੋਲੀਟੀਕਲ ਪਾਰਟੀ ਜੁਆਇਨ ਕਰਨ ਦਾ।
ਦੂਸਰੀ ਗੱਲ ਇਹ ਹੈਗਾ ਕਿ ਬਈ ਇੱਕ ਲੋਕੀ ਜਿਹੜੇ ਹੈਗੇ ਆ ਆਮ ਤੌਰ ਤੇ ਮੰਨਦੇ ਕਿ ਵੀ ਇੱਥੇ ਸਾਡਾ ਕੰਮ ਖਤਮ ਹੋ ਗਿਆ, ਹੁਣ ਸਰਕਾਰ ਬਣ ਗਈ ਹੈਗੀ ਹੈ, ਪਰ ਇੱਥੇ ਗਰੁੱਪ ਜਿਹੜਾ ਜੂਸ ਦਾ ਪੰਜਾਬ ਵਿੱਚ ਹੈਗਾ ਕਿ ਵੀ ਅਸੀਂ ਉਹਦੇ ਬਾਅਦ ਵੀ ਇਸ ਗੱਲ ਤੇ ਵਾਚ ਰੱਖਾਂਗੇ, ਮਤਲਬ ਜਿਹਨੂੰ ਕਹਿੰਦੇ ਨੇ ਐਕਟਿੰਗ ਐਜ਼ ਅ ਵਾਚ ਡੌਗ, ਉਹ ਕਰਨਗੇ। ਦੈਟ ਆਈ ਥਿੰਕ ਇਜ਼ ਅ ਵੈਰੀ ਇੰਪੋਰਟੈਂਟ ਸਟੈਪ। ਔਰ ਜਿੰਨਾ ਪੁਰਾਣੀ ਉਤੇ ਗਲਤੀਆਂ ਤੋਂ ਸਬਕ ਸਿੱਖ ਕੇ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹੀ ਇੱਕ ਤਰੀਕਾ ਹੈਗਾ ਅੱਗੇ ਚੱਲਣ ਦਾ। ਉੱਪਰੋਂ ਤਾਂ ਕੋਈ ਉਹ ਨਹੀਂ ਹੋਣਾ, ਹੈਲੀਕਾਪਟਰ ਤੋਂ ਕੋਈ ਆਈਡੀਆਜ਼ ਡ੍ਰੌਪ ਤਾਂ ਨਹੀਂ ਹੋਣੇ, ਲੇਕਿਨ ਲੋਕਾਂ ਦੇ ਵਿੱਚੋਂ ਨਿਕਲ ਕੇ ਜਿਹੜੇ ਆਏ ਹੈਗੇ, ਆਈ ਥਿੰਕ ਦੈਟ ਇਜ਼ ਵਨ ਵੇ ਫਾਰਵਰਡ। ਦੂਸਰੀ ਗੱਲ, ਇੱਕ ਤੁਸੀਂ ਇਹ ਸੋਚੋ ਕਿ ਵੀ ਅੱਜ ਵੀ ਕਈ ਲੋਕੀ ਪੁੱਛ ਰਹੇ ਸੀਗੇ ਕਿ ਬਈ ਇਹ ਜੇ ਪ੍ਰਯਾਸ ਤਾਂ ਬਹੁਤ ਹੁੰਦੇ ਹੈਗੇ ਐਂਡ ਫਿਰ ਇਹਦਾ ਕੀ ਗਾਰੰਟੀ ਹੈ ਕਿ ਹੋਏਗਾ। ਗਾਰੰਟੀ ਤਾਂ ਉਹ ਕਿਸੇ ਚੀਜ਼ ਦੀ ਨਹੀਂ ਹੁੰਦੀ ਹੈਗੀ ਹੈ। ਗਾਰੰਟੀ ਜੇ ਉਹ ਸ਼ਬਦ ਅਸੀਂ ਭੁੱਲ ਜਾਈਏ, ਲੇਕਿਨ ਇੱਕ ਪ੍ਰਯਾਸ ਕਰਨ ਦਾ, ਇੱਕ ਐਫਰਟ ਕਰਨ ਦਾ ਇੱਕ ਬਹੁਤ ਬੜਾ ਇੱਕ ਰੋਲ ਹੁੰਦਾ। ਜੇ ਤੁਸੀਂ ਪਹਿਲਾ ਕਦਮ ਹੀ ਨਹੀਂ ਲਓਗੇ ਤਾਂ ਤੁਹਾਡਾ ਸੈਕਿੰਡ ਕਦਮ ਤਾਂ ਹੋ ਹੀ ਨਹੀਂ ਸਕਦਾ ਨਾ ਪੋਸੀਬਲ। ਤਾਂ ਪਹਿਲਾ ਕਦਮ ਲੈਣਾ ਬਹੁਤ ਜ਼ਰੂਰੀ ਹੈ। ਇਹ ਸੋਚ ਜੁੜ ਕੇ ਬੈਠ ਕੇ ਅਧਿਐਨ ਕਰਕੇ ਮੰਥਨ ਚਿੰਤਨ ਜੋ ਵੀ ਕਹੋ, ਉਹਦੇ ਬਾਅਦ ਇੱਕ ਪ੍ਰਤੀਕਿਰਿਆ ਵਿੱਚੋਂ ਨਿਕਲ ਕੇ ਇਹ ਅਗਰ ਡਾਕੂਮੈਂਟ ਬਣਿਆ ਹੈਗਾ ਤਾਂ ਇਹ ਇਸ ਕਰਕੇ ਨਹੀਂ ਬਣਿਆ ਕਿ ਵੀ ਸਾਡੇ ਸਭ ਕੋਲ ਇੱਕ ਬੜਾ ਵਿਜ਼ਡਮ ਸੀਗਾ ਜੋ ਅਸੀਂ ਇੱਥੇ ਦੱਸਦਾ ਹੈਗਾ, ਨਹੀਂ। ਬੇਸਿਕਲੀ ਇਟਸ ਜਸਟ ਅ ਪਲੇਟਫਾਰਮ, ਇਟਸ ਜਸਟ ਲੇਇੰਗ ਆਊਟ ਅ ਫਾਊਂਡੇਸ਼ਨ ਤਾਂ ਕਿ ਲੋਕਾਂ ਦੇ ਖਿਆਲਾਤ ਹੋਰ ਆਉਣ, ਲੋਕਾਂ ਦੇ ਵਿਚਾਰ ਹੋਰ ਆਉਣ, ਆਪਣੇ ਉਹ ਹੋਰ ਦੱਸਣ ਕਿ ਇਹ 'ਚ ਕਮੀਆਂ ਇਹ ਹੈਗੀਆਂ, ਇਹ 'ਚ ਐਡੀਸ਼ਨ ਇਹ ਕਰੋ, ਇਹ ਸਾਰੀ ਪ੍ਰੋਸੈਸ ਹੈਗਾ। ਦੂਜੀ ਗੱਲ ਇਹ ਨਾ ਭੁੱਲੋ ਜੀ, ਜਦ ਟੀਮ ਅੰਨਾ ਦਾ ਗਠਨ ਹੋਇਆ ਸੀਗਾ ਉਸ ਟਾਈਮ ਮੈਨੂੰ ਆਪਣਾ ਯਾਦ ਹੈ ਕਿ ਜਦ ਅਸੀਂ 10 ਬੰਦੇ ਪਹਿਲੇ ਇੰਡੀਆ ਅਗੇਂਸਟ ਕਰਪਸ਼ਨ ਤੇ ਜੁੜੇ ਸੀਗੇ ਤਾਂ ਸਾਨੂੰ ਪਤਾ ਸੀਗਾ ਕਿ ਦੇਸ਼ ਬਦਲ ਜਾਏਗਾ, ਦੇਸ਼ ਸਾਰਾ ਖੜਾ ਹੋ ਜਾਏਗਾ ਤੁਹਾਡੇ ਨਾਲ। ਤੁਹਾਨੂੰ ਪਤਾ ਇੱਕ ਟਾਈਮ ਸੀਗਾ ਸਾਰਾ ਦੇਸ਼ ਵਿੱਚ ਹੀ ਤੂੰ ਵੀ ਅੰਨਾ ਮੈਂ ਵੀ ਅੰਨਾ ਇਹ ਉੱਠ ਗਿਆ ਸੀਗਾ ਸਾਰੇ ਦੇਸ਼ ਵਿੱਚੋਂ। ਔਰ ਤੁਹਾਨੂੰ ਇਹ ਵੀ ਯਾਦ ਹੈ ਕਿ ਮਿਡਨਾਈਟ ਇੱਕ ਸੈਸ਼ਨ ਹੋਇਆ ਸੀਗਾ ਪਾਰਲੀਮੈਂਟ ਵਿੱਚ, ਜਿਹੜਾ ਕਿ ਜੋ ਅੰਨਾ ਦੇ ਕਮਿਟਮੈਂਟ ਕਰਨ ਵਾਸਤੇ ਕਿ ਅਸੀਂ ਤੁਹਾਡੇ ਉਹਦੇ 'ਤੇ ਖੜੇ ਹੈਗੇ ਆ। ਤਾਂ ਉਸ ਟਾਈਮ ਕਿਸੇ ਨੇ ਸੋਚਿਆ ਸੀਗਾ ਕਿ ਨਹੀਂ ਹੋਏਗਾ, ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਜਦ ਅਸੀਂ 10 ਲੋਕ ਬੈਠਦੇ ਸੀਗੇ ਕਰਪਸ਼ਨ ਤੇ ਗੱਲ ਕਰਦੇ ਸੀਗੇ ਉਸ ਟਾਈਮ ਬਿਲੀਵ ਮੀ ਕਿਸੇ ਨੂੰ ਇਹ ਆਸ਼ਾ ਨਹੀਂ ਸੀ ਕਿ ਇਟ ਵਿਲ ਬਿਕਮ ਏ ਨੇਸ਼ਨ ਵਾਈਡ ਮੂਵਮੈਂਟ, ਠੀਕ ਹੈ। ਔਰ ਉਸ ਟਾਈਮ ਸਾਡਾ ਪ੍ਰਯਾਸ ਸਿਰਫ ਇਹ ਸੀਗਾ 10 ਲੋਕਾਂ ਦਾ ਕਿ ਆਪਾਂ ਜਿਹੜੇ ਫਾਊਂਡਰ ਮੈਂਬਰ ਸੀਗੇ ਕਿ ਆਪਾਂ ਇਹ ਇਸ ਤਰ੍ਹਾਂ ਦਾ ਇੱਕ ਐਫਰਟ ਕਰੀਏ ਕਿ ਚਲੋ ਘੱਟ ਤੋਂ ਘੱਟ ਇੱਕ NGO ਦੀ ਐਕਟੀਵਿਟੀ ਜਿਹੜੀ ਹੁੰਦੀ ਹੈ ਨਾ ਉਸ ਤਰੀਕੇ ਨਾਲ ਇਹਨੂੰ ਬਿਲਡਅਪ ਕੀਤਾ ਜਾਏ। ਇਹ ਸਾਡੀ ਸ਼ੁਰੂਆਤ ਹੋਈ ਸੀਗੀ। ਔਰ ਜਿਸ ਟਾਈਮ ਤੁਹਾਨੂੰ ਯਾਦ ਹੋਏਗਾ ਪਾਰਲੀਮੈਂਟ ਸਟਰੀਟ 'ਤੇ ਜਿਹੜਾ ਪਹਿਲਾ ਪ੍ਰਦਰਸ਼ਨ ਹੋਇਆ ਸੀਗਾ, ਡੈਮੋਨਸਟ੍ਰੇਸ਼ਨ ਹੋਇਆ ਸੀਗਾ, ਜਿਹਦੇ ਵਿੱਚ ਇੱਕ ਪਬਲਿਕ FIR ਪਹਿਲੀ ਵਾਰੀ ਲੌਂਚ ਕੀਤੀ ਗਈ ਸੀਗੀ ਕੀ ਕਹਿੰਦੇ ਪੁਲਿਸ ਸਟੇਸ਼ਨ ਵਿੱਚ। ਉਹਦਾ ਕੀ ਆਬਜੈਕਟਿਵ ਸੀਗਾ ਕਿ ਬਈ ਲੋਕਾਂ ਨੂੰ ਉਹਦੇ ਨਾਲ ਜੋੜਨਾ। ਔਰ ਕਿੰਨੇ ਹਜ਼ਾਰ ਲੋਕੀ ਆਏ ਸੀਗੇ ਔਰ ਉਹਦੇ ਬਾਅਦ ਉਹ ਜਿਹੜਾ ਟੇਕ ਆਫ ਹੋਇਆ ਹੈਗਾ ਉਹ ਆਈ ਥਿੰਕ ਇਟ ਇਜ਼ ਅਨਪ੍ਰੈਸੀਡੈਂਟਡ ਇਨ ਇੰਡੀਆਜ਼ ਕੰਟੈਂਪਰੇਰੀ ਟਾਈਮਸ ਵਿੱਚ ਇਹ ਜਿਹਾ ਨਹੀਂ ਹੋਇਆ ਸੀਗਾ। ਲੇਕਿਨ ਉਹਦੇ ਬਾਵਜੂਦ ਵੀ ਤੁਸੀਂ ਕਹੋ ਜੀ ਗਰੰਟੀ ਤੁਸੀਂ ਲੈ ਸਕਦੇ ਸੀਗੇ ਕਿ ਵੀ ਐਂਡ ਵਿੱਚ ਕੀ ਹੋਏਗਾ, ਤਾਂ ਕੋਈ ਗਰੰਟੀ ਨਹੀਂ ਲੈ ਸਕਦਾ। ਪਰ ਸਿਰਫ ਇਹ ਸੀਗਾ ਕਿ ਬਿਲਡਅਪ ਤਾਂ ਕੀਤਾ ਨਾ, ਇੱਕ ਦੇਸ਼ ਨੂੰ ਇੱਕ ਤਰ੍ਹਾਂ ਇੱਕ ਟਾਈਮ 'ਤੇ ਬੜਾ ਜੋਸ਼ ਆ ਗਿਆ ਸੀਗਾ। ਤੁਸੀਂ ਮੰਨੋਗੇ ਕਿ ਬਈ ਐਂਟੀ ਕਰਪਸ਼ਨ ਬੜਾ ਜ਼ਬਰਦਸਤ ਅੰਦੋਲਨ ਹੋਇਆ ਸੀਗਾ ਜੀ। ਔਰ ਉਹ ਅੰਦੋਲਨ ਤੋਂ ਕੋਈ ਸੋਚਦਾ ਹੀ ਨਹੀਂ ਸੀਗਾ ਕਿ ਬਈ ਜਿਸ ਤਰੀਕੇ ਨਾਲ ਉਹ ਟੇਪਰ ਆਫ ਹੋ ਗਿਆ ਸੀਗਾ ਇਸ ਤਰ੍ਹਾਂ ਹੋਏਗਾ। ਤੁਸੀਂ JP ਅੰਦੋਲਨ ਦੇਖ ਲਓ। JP ਅੰਦੋਲਨ ਜਦ ਇੰਦਰਾ ਗਾਂਧੀ ਨੂੰ ਜਦ ਹਟਾਉਣ ਵਾਸਤੇ ਉਹਦੇ ਬਾਅਦ ਜਿਹੜਾ ਸਾਰਾ ਮੂਵਮੈਂਟ ਹੋਇਆ ਹੈਗਾ ਔਰ ਫਿਰ ਤਾਂ ਜਨਤਾ ਦਲ ਦਾ ਗਠਨ ਵੀ ਹੋਇਆ ਹੈਗਾ। ਕਦੀ ਸੋਚਿਆ ਸੀਗਾ ਕਿ ਉਹ ਜਨਤਾ ਦਲ ਵੀ ਇੱਕ ਮਤਲਬ ਇਟ ਵਿਲ ਡਿਸਅਪੀਅਰ ਇਨਟੂ ਹਿਸਟਰੀ। ਉਸ ਟਾਈਮ ਤਾਂ ਲੱਗਦਾ ਸੀਗਾ ਕਿ ਬਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਦੇਸ਼ ਵਿੱਚ। ਮੇਰਾ ਮਤਲਬ ਕਹਿੰਦਾ ਲੇਕਿਨ ਉਹ ਐਫਰਟ ਬਹੁਤ ਜ਼ਰੂਰੀ ਸੀਗਾ, ਉਹ ਪ੍ਰਯਾਸ ਬਹੁਤ ਜ਼ਰੂਰੀ ਸੀਗਾ। ਅੱਜ ਜਿਹੜਾ ਪ੍ਰਯਾਸ ਹੋਇਆ ਉਹ ਵੀ ਬਹੁਤ ਜ਼ਰੂਰੀ ਹੈਗਾ ਕਿ ਪੰਜਾਬ ਨੂੰ ਪਹਿਲੀ ਵਾਰੀ ਸ਼ਾਇਦ ਮੈਂ ਆਈ ਕਾਂਟ ਬੀ ਸ਼ੋਰ ਅਬਾਊਟ ਇਟ, ਲੇਕਿਨ ਪਹਿਲੀ ਵਾਰੀ ਸ਼ਾਇਦ ਇੱਕ ਐਸਾ ਪਲੇਟਫਾਰਮ ਮਿਲਿਆ ਹੈਗਾ ਜਿਹਦੇ ਵਿੱਚ ਹਰ ਕਿਸਮ ਦੇ ਜਾਂ ਹਰ ਸੈਕਸ਼ਨ ਤੋਂ ਸੁਸਾਇਟੀ ਵਿੱਚੋਂ ਲੋਕੀ ਆਏ ਹੈਗੇ, ਜੁੜੇ ਹੈਗੇ ਹੈ। ਹਾਂਜੀ, ਇਹ ਕਿੱਥੇ ਮੈਂ ਦੇਖਿਆ ਅੱਜ ਤੱਕ ਆਪਣੇ ਕੀ ਕਹਿੰਦੇ ਰੁਸਤਮ ਹਿੰਦ ਵੀ ਜੁੜੇ ਹੋਣ, ਕਦੀ ਦੇਖਿਆ ਤੁਸੀਂ? ਉਹ ਦਾਰਾ ਸਿੰਘ ਦੇ ਟਾਈਮ 'ਤੇ ਅਸੀਂ ਦੇਖਦੇ ਸੀਗੇ ਕਿ ਉਹ ਕਿਤੇ ਸਾਡੇ ਨਾਲ ਜੁੜ ਜਾਂਦੇ ਸੀਗੇ, ਪਰ ਅੱਜ ਪਹਿਲੀ ਵਾਰੀ ਮੈਂ ਦੇਖਿਆ ਹੈਗਾ ਕਿ ਪੀਪਲ ਆਫ ਦੈਟ ਸੈਕਸ਼ਨ ਆਫ ਦੀ ਸੁਸਾਇਟੀ ਜਿਹੜੇ ਬੜਾ ਇੰਪੋਰਟੈਂਟ ਹੈ ਉਹ ਵੀ ਨਾਲ ਜੁੜੇ ਹੈਗੇ। ਸੋ ਮਤਲਬ ਕਹਿੰਦੇ ਕੋਸ਼ਿਸ਼ ਤਾਂ ਕੀਤੀ ਗਈ ਹੈਗੀ ਹੈ ਕਿ ਹਰ ਕਿਸਮ ਦੇ ਲੋਕਾਂ ਨੂੰ ਜੋੜਿਆ ਜਾਏ, ਹਰ ਕਿਸਮ ਦੇ ਜਿਹੜੇ ਆਪਣੇ ਅਲੱਗ-ਅਲੱਗ ਸੈਕਸ਼ਨਸ ਹੈਗੇ ਆ ਉਹਨਾਂ ਦੇ ਵਿੱਚੋਂ ਨਿਕਲ ਕੇ ਕੁਝ ਐਸੀ ਗੱਲ ਨਿਕਲੇ ਜਿਹਦੇ ਵਿੱਚ ਸਭ ਅਸੀਂ ਪਾਰਟਿਸਿਪੇਟ ਕਰੀਏ। ਸੋ ਵੀ ਆਰ ਆਲ ਬੇਸਿਕਲੀ ਪਾਰਟਿਸਿਪੇਟਿੰਗ ਇਨ ਦਿਸ ਪ੍ਰੋਸੈਸ। ਔਰ ਅਸੀਂ ਤਾਂ ਇਹੀ ਅਪੇਕਸ਼ਾ ਕਰਦੇ ਹਾਂ ਕਿ ਵੀ ਮੈਨੀ ਪੀਪਲ ਵਿਲ ਜੁਆਇਨ ਅਸ ਐਂਡ ਦੈਨ ਇਟ ਵਿਲ ਬਿਕਮ ਏ ਮੂਵਮੈਂਟ ਇਨ ਪੰਜਾਬ। ਸੋ ਲੈਟਸ ਏਮ ਕਿ ਬਈ ਜਿਸ ਤਰ੍ਹਾਂ ਅੰਨਾ ਦੀ ਮੂਵਮੈਂਟ ਬਣੀ ਸੀਗੀ, ਇਹ ਜੂਸ ਦਾ ਪੰਜਾਬ ਵੀ ਇੱਕ ਮੂਵਮੈਂਟ ਬਣੇ। ਮੈਨੂੰ ਲੱਗਦਾ ਪ੍ਰਯਾਸ ਤਾਂ ਸਾਡਾ ਇਹੀ ਹੈ। ਕਿੰਨਾ ਗਰੰਟੀ ਉਹ ਨਹੀਂ ਮੈਂ ਲੈ ਸਕਦਾ, ਬਟ ਲੈਟ ਅਸ ਹੋਪ। ਜਦ ਤੱਕ ਹੋਪ ਹੀ ਨਹੀਂ ਕਰਾਂਗੇ ਤਾਂ ਗਰੰਟੀ ਤਾਂ ਬਾਅਦ ਦੀ ਗੱਲ ਆਏਗੀ ਨਾ। ਜੈਸਾ ਜੀ ਖੇਡ ਦੇ ਨਾਲ ਤੁਸੀਂ ਜੁੜੇ ਹੋਏ ਹੋ, ਖੇਡ ਜਿਹੜੀ ਆ ਸਪੋਰਟਸਮੈਨ ਨੂੰ ਹੈ ਨਾ ਸਦਭਾਵਨਾ ਸਿਖਾਉਂਦੀ ਆ, ਆਪਸੀ ਜਿਹੜੀ ਭਾਈਚਾਰਕ ਸਾਂਝ ਪੈਦਾ ਕਰਦੀ ਉਹਦੇ ਅੰਦਰ। ਤੁਹਾਨੂੰ ਕੀ ਲੱਗਦਾ, ਚਾਹੇ ਖੇਡਾਂ ਦਾ ਮੁੱਦਾ ਵੀ ਇੱਕ ਰੱਖਿਆ ਗਿਆ ਕਿ ਬੱਚਿਆਂ ਨੂੰ ਜਿਹੜਾ ਆ ਐਕਟੀਵਿਟੀਜ਼ ਦੇ ਵਿੱਚ ਭਾਗ ਲੈਣ ਦੇ ਲਈ ਪ੍ਰੇਰਨਾ ਦਿੱਤੀ ਜਾਵੇ ਜਾਂ ਖੇਡਾਂ ਦੇ ਲਈ ਉਤਸ਼ਾਹਿਤ ਕੀਤਾ ਜਾਵੇ, ਜਾਂ ਨਸ਼ੇ ਦੀ ਗੱਲ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਇਹਨੂੰ ਖਤਮ ਕਰਨ ਦੇ ਲਈ ਤੁਹਾਡੇ ਕੋਲੇ ਕੀ ਪੇਪਰ ਪਲਾਨ ਆ? ਦੇਖੋ ਜੀ, ਖਤਮ ਪਹਿਲੀ ਗੱਲ ਤਾਂ ਇੱਕਦਮ ਨਹੀਂ ਹੋ ਸਕਦਾ।
ਕਿਸੇ ਚੀਜ਼ ਨੂੰ ਖਤਮ ਕਰਨ ਤੋਂ ਪਹਿਲਾਂ ਸੋਚ ਬਦਲਣੀ ਪੈਂਦੀ, ਸੋਚ ਖਤਮ ਕਰਨੀ ਪੈਂਦੀ ਜੋ ਆਪਾਂ ਨੂੰ ਉੱਧਰ ਨੂੰ ਲੈ ਕੇ ਜਾਂਦੀ ਹੈ ਜੀ। ਇਸ ਏਜੰਡੇ ਦੇ ਵਿੱਚ ਸਾਡਾ ਜਿਹੜੇ ਬੇਸਿਕ 5-7 ਪੁਆਇੰਟ ਨੇ, ਪਹਿਲਾਂ ਅਸੀਂ ਉਹਨਾਂ 'ਤੇ ਵਰਕ ਕਰਾਂਗੇ। ਜਿਹੜੇ ਅਗਲੇ ਪੁਆਇੰਟ ਨੇ ਉਸ ਤੋਂ ਬਾਅਦ 'ਚ ਅੱਗੇ ਤੁਰਾਂਗੇ ਉਹਨਾਂ ਵੱਲ, ਕਿਉਂਕਿ ਆਪਾਂ ਇੱਕਦਮ ਸਿੱਧਾ A ਤੋਂ Z ਨਹੀਂ ਜਾ ਸਕਦੇ, ABC ਚੱਲਾਂਗੇ। ਇਹਦੇ ਵਿੱਚ ਸਭ ਤੋਂ ਮੇਨ ਤਾਂ ਹੈਗਾ ਵੀ ਇਨਫਰਾਸਟਰਕਚਰ, ਜੋ ਸਭ ਤੋਂ ਮੇਨ ਪੁਆਇੰਟ ਮੈਂ ਸਮਝਦਾ ਸਪੋਰਟਸ ਦਾ, ਕਿਉਂਕਿ ਟੈਲੈਂਟ ਦੀ ਕੋਈ ਕਮੀ ਨਹੀਂ ਆ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਹਰ ਇੱਕ ਜਗ੍ਹਾ ਬੱਚੇ ਸਪੋਰਟਸ ਨਾਲ ਜੁੜਦੇ ਵੀ ਨੇ, ਬਟ ਥੋੜ੍ਹੇ ਟਾਈਮ ਤੋਂ ਬਾਅਦ ਫਿਰ ਪਿੱਛੇ ਹਟ ਜਾਂਦੇ ਨੇ। ਉਹਦਾ ਕੀ ਰੀਜ਼ਨ ਆ ਕਿ ਉਹਨਾਂ ਦਾ ਫਿਊਚਰ ਸਿਕਿਉਰ ਨਹੀਂ ਹੁੰਦਾ। ਫਿਊਚਰ ਦੀ ਸਿਕਿਉਰਿਟੀ ਵਾਸਤੇ ਅਸੀਂ ਜੋਬਸ ਅਵੇਅਰਨੈਸ ਜਾਂ ਜੋਬਸ ਕ੍ਰੀਏਟ ਕਰਨ ਦੀ ਗੱਲ ਜਿਹੜੀ ਉਹ ਗੌਰਮੈਂਟ ਕੋਲ ਜਾਂ ਜਿਹੜਾ ਵੀ ਆਊਗਾ ਕੈਂਡੀਡੇਟ ਜਿਵੇਂ ਦੱਸਿਆ ਜੀ, ਉਹਨਾਂ ਸਾਹਮਣੇ ਰੱਖਾਂਗੇ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਦੋਂ ਬੰਦਾ ਸਪੋਰਟਸ ਕਰਦਾ ਹੈ, ਜੋਬ ਮਿਲ ਜਾਂਦੀ ਆ, ਇੱਕ ਲਾਈਫ ਸਟਾਈਲ ਬਣ ਜਾਂਦਾ। ਉਹਦੇ ਵਿੱਚ ਸਟੀਰੋਇਡ, ਡਰੱਗਸ ਇਹ ਬਹੁਤ ਇੱਕ ਪ੍ਰੋਮੀਨੈਂਟ ਨੇ ਸਪੋਰਟਸ ਦੇ ਵਿੱਚ। ਇਹ ਗੱਲ ਅਸੈਪਟ ਕਰਨ 'ਚ ਕੋਈ ਸ਼ਰਮ ਨਹੀਂ ਆ, ਕਿਉਂਕਿ ਸੱਚਾਈ ਆ, ਮੈਂ ਨਹੀਂ ਦੱਸੂਗਾ, ਕੋਈ ਹੋਰ ਦੱਸ ਦੂਗਾ। ਸੋ ਉਹਦੇ ਵਾਸਤੇ ਕਾਉਂਸਲਿੰਗ, ਉਹਦਾ ਵੀ ਅਸੀਂ ਇਹਦੇ ਵਿੱਚ ਰੱਖਿਆ ਏਜੰਡੇ ਦੇ ਵਿੱਚ। ਉਹਦੀ ਅਵੇਅਰਨੈਸ ਵਾਸਤੇ ਕੈਂਪ ਲੱਗਣ, ਕਾਉਂਸਲਿੰਗ ਹੋਵੇ ਬੱਚਿਆਂ ਦੀ, ਤਾਂ ਜੋ ਇਸ ਬੰਨੇ ਨਾ ਆਉਣ। ਤੇ ਕਿਉਂਕਿ ਸਪੋਰਟਸ ਦਾ ਮੇਨ ਜਿਹੜਾ ਹੈਗਾ ਮਕਸਦ, ਉਹ ਹੈ ਇੱਕ ਹੈਲਦੀ ਲਾਈਫ ਸਟਾਈਲ। ਟੀਮ ਬਣਾ ਲਈ, ਕਾਉਂਸਲਿੰਗ ਕਰਨ ਜਾਓਗੇ? ਅਸੀਂ ਤਾਂ ਆਪਣੇ ਖਾੜੇ 'ਚ ਆਲਰੇਡੀ ਕਰ ਰਹੇ ਹਾਂ। ਇੱਥੇ ਤਾਂ ਅੱਜ ਅਨਾਊਂਸਮੈਂਟ ਹੋਈ, ਅਸੀਂ ਆਪਣੇ ਖਾੜਾ ਸਾਡਾ ਚੱਲ ਰਿਹਾ ਪਿਛਲੇ 4-5 ਸਾਲ ਤੋਂ। ਉੱਥੇ ਅਸੀਂ ਰੋਜ਼ ਹੀ ਤਕਰੀਬਨ 5-7 ਦਿਨ ਬਾਅਦ ਹੀ ਇਹ ਕਾਉਂਸਲਿੰਗ ਸਾਡਾ ਸੈਸ਼ਨ ਇੱਕ ਹੁੰਦਾ ਹੀ ਹੁੰਦਾ ਆ। ਠੀਕ ਆ। ਇੰਡੀਵਿਜੂਅਲੀ ਤੌਰ 'ਤੇ ਮੇਰੇ ਖਿਆਲ ਨਾਲ ਹਰ ਇੱਕ ਬੰਦਾ ਆਪਣੀ ਫੀਲਡ ਦੇ ਵਿੱਚ ਆਲਰੇਡੀ ਐਕਟਿਵ ਆ। ਇਹ ਸਾਰੇ ਇਕੱਠੇ ਹੋਣ ਦਾ ਮੇਨ ਮਕਸਦ ਇਹ ਆ ਵੀ ਆਪਾਂ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਆ। ਹੁਣ ਜਿਵੇਂ ਡਾਕਟਰ ਸਾਹਿਬ ਨੇ ਜਾਂ ਹਮੀਰ ਸਿੰਘ ਜੀ ਨੇ, ਹੁਣ ਮੈਨੂੰ ਇਹਨਾਂ ਬਾਰੇ ਨਹੀਂ ਸੀ ਪਤਾ, ਜਦੋਂ ਮੈਂ ਇੱਥੇ ਆਇਆ ਉਸ ਤੋਂ ਬਾਅਦ 'ਚ ਮੈਨੂੰ ਪਤਾ ਲੱਗਿਆ। ਸੋ ਇਹੀ ਇੱਕ ਚੀਜ਼ ਹੈ ਵੀ ਸਾਰੇ ਜਾਣੇ ਇੱਕ ਕਲੈਕਟਿਵ ਰਿਸਪੌਂਸ ਜਿਹੜਾ ਪਬਲਿਕ ਦਾ, ਉਹ ਤਾਂ ਹੀ ਮਿਲ ਸਕਦਾ ਜੇ ਆਪਾਂ ਹਰੇਕ ਫੀਲਡ ਤੋਂ ਬੰਦੇ ਇਕੱਠੇ ਕਰਾਂਗੇ। ਇਹਨਾਂ ਦਾ ਆਪਣਾ ਸਰਕਲ ਆ, ਮੇਰਾ ਆਪਣਾ, ਸਰਦਾਰ ਜੀ ਦਾ ਆਪਣਾ ਸਰਕਲ ਆ। ਠੀਕ ਹੈ ਜੀ। ਬਾਕੀ ਅਸੀਂ ਕੀ ਕਰ ਰਹੇ ਹਾਂ ਜਾਂ ਅਸੀਂ ਕੀ ਕਰ ਸਕਦੇ ਹਾਂ, ਸਾਡੀਆਂ ਮਤਲਬ ਟੂ ਬੀ ਵੈਰੀ ਓਨੈਸਟ ਜਾਂ ਟੂ ਬੀ ਵੈਰੀ ਫਰੈਂਕ, ਅਸੀਂ ਜਿੰਨਾ ਕਰ ਰਹੇ ਹਾਂ ਸਾਨੂੰ ਲੱਗਦਾ ਵੀ ਉਹ ਸਫੀਸ਼ੀਐਂਟ ਆ। ਬਟ ਜੇ ਆਪਾਂ ਪੰਜਾਬ ਲੈਵਲ 'ਤੇ ਸੋਚਦੇ ਹਾਂ ਤਾਂ ਅਜੇ ਸਟਾਰਟ ਵੀ ਨਹੀਂ ਕੀਤਾ ਆਪਾਂ। ਠੀਕ ਆ। ਉਹਦੇ ਵਾਸਤੇ ਇੱਕ ਸਟਾਰਟਿੰਗ ਬਹੁਤ ਜ਼ਰੂਰੀ ਸੀਗੀ। ਅਤੇ ਏਜੰਡਾ ਤੁਸੀਂ ਪੜ੍ਹਿਆ ਹੀ ਹੋਣਾ ਵਾ, ਉਹਦੇ ਸਪੋਰਟਸ ਦੇ ਹੋਰ ਵੀ ਕਾਫੀ ਪੁਆਇੰਟਸ ਨੇ, ਅਤੇ ਸਟੈਪ ਬਾਏ ਸਟੈਪ ਉਹਨਾਂ 'ਤੇ ਵਰਕ ਕਰਾਂਗੇ। ਅਮੀਰ ਜੀ, ਆਖਰੀ ਸਵਾਲ ਹੈ ਮੇਰਾ ਤੁਹਾਨੂੰ। ਜਿਸ ਤਰੀਕੇ ਦੇ ਨਾਲ ਆਪਾਂ ਹਲਫਨਾਮੇ ਦੀ ਗੱਲ ਕੀਤੀ ਹੈ ਇਸ ਸਾਰੇ ਏਜੰਡਿਆਂ ਦੇ ਉੱਤੇ ਕਿ ਹਰ ਇੱਕ ਵਿਧਾਇਕ ਇੱਕ ਹਲਫਨਾਮਾ ਦੇਵੇ, ਪਹਿਲਾਂ ਵੀ ਹਲਫਨਾਮੇ ਲਏ ਗਏ ਸੀ, ਲੀਡਰ ਵੀ ਉਹੀ ਸੀ, ਸਿਆਸਤਦਾਨ ਵੀ ਉਹੀ ਨੇ ਅੱਜ, ਅਤੇ ਜਿਹੜੇ ਮੁੱਦੇ ਵੀ ਅੱਜ ਉਹੀ ਨੇ। ਪਹਿਲਾਂ ਵੀ ਕਿਸੇ ਨੇ ਅੰਮ੍ਰਿਤਸਰ ਐਲਾਨਨਾਮੇ 'ਤੇ ਸਾਈਨ ਕੀਤੇ, ਅਨੰਦਪੁਰ ਮਤੇ ਦਾ ਜਿਹੜਾ ਕਿਹਾ ਸੀ ਕਿ ਜਦੋਂ ਤੱਕ ਪੂਰਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਜਿਹੜਾ ਲੜਦੇ ਰਹਾਂਗੇ, ਜੂਝਦੇ ਰਹਾਂਗੇ, ਪਰ ਉਹ ਆਪਣੀਆਂ ਕਮਿਟਮੈਂਟਸ ਤੋਂ ਕਿਤੇ ਨਾ ਕਿਤੇ ਪਿੱਛੇ ਹਟ ਗਏ ਉਹ ਸਾਰੇ ਲੋਕ। ਅਤੇ ਲੱਗਦਾ ਅੱਜ ਵੀ ਹਲਫ ਲੈ ਲਏ ਜਾਣਗੇ ਅਤੇ ਉਹ ਖਰੇ ਉਤਰਨਗੇ ਇਹਨਾਂ ਹਲਫਨਾਮਿਆਂ 'ਤੇ? ਨਹੀਂ, ਮੈਨੂੰ ਲੱਗਦਾ ਦੋਨਾਂ 'ਚ ਫਰਕ ਹੈ। ਉਦੋਂ ਤਾਂ ਉਹ ਬੰਦਿਆਂ ਨੇ ਆਪਣੇ ਆਪ ਹੀ ਕਿਹਾ ਬੈਠ ਕੇ ਵੀ ਅਸੀਂ ਤੁਹਾਡੇ ਲਈ ਐਂ ਕਰਾਂਗੇ, ਆਪਣੇ ਮੁੱਦੇ ਤੱਕ ਜਾਵਾਂਗੇ। ਇਹ ਬਿਲਕੁਲ ਉਦੋਂ ਉਲਟ ਹੈ। ਇਹ ਹੈ ਕਿ ਲੋਕ ਹਲਫਨਾਮੇ ਭਰਾਉਣਗੇ ਉਹਨਾਂ ਤੋਂ ਕਿ ਜੇ ਤੁਸੀਂ ਇੱਧਰ ਉੱਧਰ ਬਦਲੇ ਤਾਂ ਲੋਕਾਂ ਦੇ ਸੀ। ਨਹੀਂ, ਮੁੱਦੇ ਲੋਕਾਂ ਦੇ ਹੁੰਦੇ ਨੇ, ਪਰ ਡੈਮੋਕ੍ਰੇਸੀ 2 ਵੇ ਟਰੈਕ ਹੈ, ਸਿੰਗਲ ਟਰੈਕ ਨਹੀਂ ਹੈ। ਇਹ ਸਿੰਗਲ ਟਰੈਕ ਹੈ ਕਿ ਲੀਡਰ ਆਪ ਹੀ ਕਹਿ ਦਿੰਦਾ ਵੀ ਜੇ ਮੈਂ ਨਾ ਕੀਤਾ ਤਾਂ ਮੈਂ ਪ੍ਰਤਿਗਿਆ ਕਰਦਾ ਜਾਂ ਮੈਂ ਅਰਦਾਸ ਕਰਦਾ ਜਾਂ ਮੈਂ ਜੋ ਵੀ ਕਰਦਾ। ਇੱਥੇ ਤਾਂ ਅਰਦਾਸਾਂ ਕਰਕੇ ਹਵਨ-ਕੁੰਡ ਬਣਾ ਕੇ ਵੀ ਲੋਕ ਜਲਣੋਂ ਬਚ ਗਏ, ਅਤੇ ਉਸ ਤੋਂ ਬਾਅਦ ਬਸ ਤਨਖਾਹ ਲੱਗੀ ਹੈ, ਸਾਰਾ ਕੁਛ ਹੋਇਆ। ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ ਹੈ। ਇਹ ਨਹੀਂ ਕਿ ਉਹਨਾਂ ਦਾ ਵੀ ਨੁਕਸਾਨ ਹੋਇਆ। ਜਿਹੜੇ ਉਹ ਅਰਦਾਸ ਕਰਕੇ ਵੀ ਪਿੱਛੇ ਹਟੇ ਨੇ, ਉਹ ਵੀ ਪਬਲਿਕ 'ਚੋਂ ਗਏ ਨੇ, ਮਤਲਬ ਪਬਲਿਕ ਸੀਨ ਤੋਂ ਵਾਪਸ ਪਾਸੇ ਹੋਏ ਨੇ। ਔਰ ਇਸੇ ਕਰਕੇ ਇੱਕ ਨਵਾਂ ਜਦੋਂ ਉਦੋਂ ਬਾਅਦ ਪ੍ਰਤਿਗਿਆ ਹੋਈ ਨਾ, ਜਿਹੜੀ ਦੀ ਆਪਾਂ ਗੱਲ ਕਰਦੇ ਜੇ ਅਕਾਲੀ ਪਾਰਟੀ ਦੇ ਸੰਤ ਦਰਸ਼ਨ ਸਿੰਘ ਫੇਰੂਮਾਨ ਨੇ ਪ੍ਰਤਿਗਿਆ ਕੀਤੀ ਕਿ ਮੈਂ ਮਰ ਜੂਗਾ ਕੋਈ ਨਹੀਂ, ਪਰ ਮੈਂ ਪਿੱਛੇ ਨਹੀਂ ਹਟਦਾ, ਜੋ ਗੱਲ ਕਹਿ ਦੂੰਗਾ, ਹੈ ਨਾ। ਔਰ ਉਹ ਫਿਗਰ ਬਣੀ ਸਾਡੇ। ਹੁਣ ਦੀ ਜਿਹੜੀ ਇਹ ਹੈ, ਇਹ ਡੈਮੋਕ੍ਰੇਸੀ ਹੇਠੋਂ ਉੱਪਰ ਨੂੰ ਜਾਣ ਦਾ ਨਾਂ ਹੈ, ਉੱਪਰੋਂ ਹੇਠਾਂ ਆਉਣ ਦਾ ਨਹੀਂ। ਜਿਹੜੀ ਸਾਡੀ ਚੋਣ ਪ੍ਰਕਿਰਿਆ, ਇਹਦੇ 'ਚ ਹਲਫਨਾਮਾ ਕਿਸੇ ਨੇ ਨਹੀਂ ਦਿੱਤਾ ਹਜੇ ਤੱਕ। ਇਹ ਇੱਕ ਜ਼ਮਾਨੇ ਤੱਕ ਤਾਂ ਇਹ ਸੀਗਾ ਕਿ ਜ਼ੁਬਾਨ ਹੀ ਬੰਦੇ ਦੀ ਹਲਫਨਾਮਾ ਹੁੰਦੀ ਸੀ ਕਿ ਬੰਦਾ ਮੁੱਕਰਦਾ ਨਹੀਂ ਹੈ, ਪਬਲਿਕ 'ਚ ਜੋ ਗੱਲ ਕਹਿਤੀ ਇਹ ਜਾਂਦਾ। ਉਦੋਂ ਬਾਅਦ ਹਲਫਨਾਮੇ ਸਰਕਾਰਾਂ ਨੇ ਬਣਵਾਏ ਕਿ ਬੰਦੇ ਮੁੱਕਰ ਜਾਂਦੇ ਨੇ, ਅਤੇ ਇਸ ਲਈ ਉਹ ਤੋਂ ਹਲਫੀਆ ਬਿਆਨ ਲੈ ਕੇ ਇਹਦੀ ਗੱਲ 'ਤੇ ਯਕੀਨ ਕੀਤਾ ਜਾਏ। ਅਤੇ ਜਦੋਂ ਹੁਣ ਹੌਲੀ ਹੌਲੀ ਫਿਰ ਲੋਕਾਂ ਦੇ ਵਿੱਚ ਵੀ ਆਇਆ ਉਹ ਵੀ ਜੇ ਸਰਕਾਰ ਹਲਫਨਾਮਾ ਲੈਂਦੀ ਹੈ, ਹਲਫਨਾਮੇ ਦਾ ਮਤਲਬ ਇਹ ਹੈ ਕਿ ਕਾਨੂੰਨੀ ਪਾਬੰਦੀ ਹੋ ਜਾਂਦੀ ਹੈ, ਤਾਂ ਤੁਸੀਂ ਕਿਸੇ ਦੇ ਖਿਲਾਫ ਚਾਰਾਜੋਈ ਕਰ ਸਕਦੇ ਹੋ ਕਾਨੂੰਨੀ, ਜੇਕਰ ਉਹ ਹਲਫੀਆ ਬਿਆਨ ਦੇ ਕੇ ਮੁੱਕਰਦਾ ਹੈ। ਅਤੇ ਇੱਕ ਜਵਾਬਦੇਹੀ ਦਾ ਹੀ ਥੋੜ੍ਹਾ ਜਿਹਾ ਇੱਕ ਵੱਡਾ ਰੂਪ ਹੈ ਹੋਰ। ਨਹੀਂ ਤਾਂ ਜਨਤਕ ਤੌਰ 'ਤੇ ਵੀ ਉਹ ਤੋਂ ਕਹਾ ਲਿਆ ਜਾਵੇ, ਜੇ ਜਨਤਾ ਉਦੋਂ ਬਾਅਦ ਚੌਕਸ ਹੋਵੇ ਤਾਂ ਮੁੜ ਕੇ ਉਹਨੂੰ ਜਨਤਕ ਤੌਰ 'ਤੇ ਵੀ ਜਵਾਬਦੇਹ ਬਣਾ ਸਕਦੀ ਹੈ। ਪਰ ਇੱਕ ਪ੍ਰਕਿਰਿਆ ਵੀ ਹੈ
ਜਦੋਂ ਇਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਗੇ ਲੋਕ, ਹੁਣ ਜਿਹੜੇ ਹਾਰ ਪਾਉਂਦੇ ਨੇ ਉਹਨਾਂ ਲਈ ਵੱਡੀਆਂ ਚੀਜ਼ਾਂ ਇਹ ਨੇ, ਜੋ ਹੋ ਗਿਆ ਤਾੜੀ ਮਾਰ ਕੇ ਮੁੜ ਜਾਂਦੇ ਨੇ। ਤੇ ਜੇ ਉਹ ਹਲਫਨਾਮਾ ਲੈ ਕੇ ਖੜਨਗੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲੋਕ ਵੀ, ਭਾਈ ਸਾਹਿਬ ਆਹ ਭਰੋ ਪਹਿਲਾਂ ਜਿਹੜਾ ਤੁਹਾਡੇ ਕੋਲ ਹੈ, ਤਾਂ ਲੀਡਰ ਨੂੰ ਪਤਾ ਲੱਗ ਜਾਏਗਾ ਕਿ ਕੁਝ ਬਦਲਿਆ ਹੋਇਆ ਹੈ, ਕੰਮ ਬਦਲ ਗਿਆ, ਉਹ ਪਹਿਲਾਂ ਵਾਲਾ ਨਹੀਂ ਰਿਹਾ। ਜਿਹੜਾ ਇੱਕ ਇਹ ਡਰ ਹੈ ਹੁਣ ਵੀ, ਇਹ ਅੰਦੋਲਨ 'ਚ ਵੀ ਇਹ ਡਰ ਰਿਹਾ ਕਿ ਅੰਦੋਲਨ 'ਚ ਤੁਸੀਂ ਸਾਂਝ ਰੱਖਦੇ ਸੀ, ਇਕੱਠੇ ਸੀ, ਭਾਈਚਾਰਾ ਸੀ, ਪਿੰਡ ਜਾ ਕੇ ਆਪੋ ਆਪਣੀਆਂ ਪਾਰਟੀਆਂ 'ਚ ਵੜ ਜਾਓਗੇ, ਕਿਤੇ ਐਂ ਤਾਂ ਨਹੀਂ ਹੋ ਜਾਏਗਾ ਵੀ ਉੱਥੇ ਉੱਥੇ ਚਲੇ ਜਾਓਗੇ। ਉਹ ਜਿਹੜਾ ਭਾਈਚਾਰਾ ਹੈ, ਲੋਕਾਂ ਨੂੰ ਇੱਕ ਏਜੰਡਾ ਦੇਣ ਦੀ ਇਸੇ ਕਰਕੇ ਹਲਫਨਾਮੇ ਵਾਲਾ ਜ਼ਰੂਰਤ ਹੈ ਕਿ ਲੋਕ, ਸਾਰੇ ਲੋਕ ਨਾ ਸਵਾਲ ਆਪਣੇ ਪੱਧਰ ਤੋਂ ਐਂ ਨਹੀਂ ਪੁੱਛ ਸਕਦੇ ਹੁੰਦੇ। ਉਹ ਨਾ ਸਾਡੇ ਸੁਸਾਇਟੀ 'ਚ ਟ੍ਰੇਡ ਕੀਤਾ ਗਿਆ ਇਸ ਗੱਲ ਲਈ, ਨਾ ਸਾਡੇ ਸਿਖਲਾਈ ਹੈ। ਜੇ ਉਹਨੂੰ ਬਣਿਆ ਬਣਾਇਆ ਕੋਈ ਚੀਜ਼ ਦੇ ਦਿੰਦੇ ਆ ਆਪਾਂ, ਤਾਂ ਉਹਦੇ 'ਤੇ ਉਹ ਅਮਲ ਸੌਖੇ ਤਰੀਕੇ ਨਾਲ ਕਰ ਸਕਦੇ ਨੇ। ਜਿਵੇਂ ਪ੍ਰੋਫਾਰਮਾ ਭਰਾਉਣ ਦੀ ਆਪਾਂ ਗੱਲ ਕਰਦੇ ਹੁੰਦੇ ਆ ਕਿ ਆਹ ਪ੍ਰੋਫਾਰਮਾ ਭਰਾ ਲਓ, ਤਾਂ ਬਹੁਤ ਹੋਣਗੇ ਜਿਹੜੇ ਪ੍ਰੋਫਾਰਮਾ ਭਰਾ ਲੈਣਗੇ। ਮੂੰਹ ਜਾ ਕੇ ਦੱਸੋ ਕਿ ਇਹ ਗੱਲ ਤੁਸੀਂ ਜ਼ੁਬਾਨੀ ਦੱਸਿਓ, ਸ਼ਾਇਦ ਸਾਰੇ ਨਹੀਂ ਦੱਸ ਸਕਦੇ। ਹਲਫਨਾਮਾ ਇਸ ਕਰਕੇ ਹੈ ਕਿ ਇੱਕ ਤਾਂ ਲੰਮੇ ਸਮੇਂ ਲਈ ਇਹ ਕਿਹਾ ਗਿਆ ਹੈ ਕਿ ਕਾਨੂੰਨ ਬਣਨਾ ਚਾਹੀਦਾ, ਰਾਈਟ ਟੂ ਰੀਕਾਲ, ਵਾਪਸ ਬਣਾਉਣ ਦਾ ਹੱਕ ਹੋਣਾ ਚਾਹੀਦਾ। ਔਰ ਦੂਜੀ ਗੱਲ ਇਹ ਕਿ ਜਿਹੜੇ ਚੋਣ ਮਨੋਰਥ ਪੱਤਰ ਨੇ, ਲੀਗਲ ਦਸਤਾਵੇਜ਼ ਬਣਨੇ ਚਾਹੀਦੇ ਨੇ, ਤਾਂ ਕਿ ਬਿਨਾਂ ਮਤਲਬ ਕੋਈ ਨਾ ਕਰੇ। ਜਿੰਨਾ ਚਿਰ ਉਹ ਨਹੀਂ ਬਣਦੇ ਉਨੀ ਦੇਰ ਲਈ ਪ੍ਰੋਸੈਸ ਦੇ ਤੌਰ 'ਤੇ ਹਲਫਨਾਮੇ ਦੀ ਗੱਲ ਕੀਤੀ ਗਈ ਹੈ, ਤਾਂ ਕਿ ਉਹਨਾਂ ਨੂੰ ਜਵਾਬਦੇਹ ਇਸ ਪੱਧਰ ਦੇ ਉੱਤੇ ਬਣਾਇਆ ਜਾ ਸਕੇ। ਔਰ ਜਦੋਂ ਇੱਕ ਹਲਫਨਾਮੇ ਦੀ ਇੱਕ ਮਾਹੌਲ ਬਣੇਗਾ, ਤਾਂ ਇੱਕ ਮਾਹੌਲ ਹਲਫਨਾਮੇ ਤੋਂ ਫਿਰ ਅੱਗੇ ਜਾ ਕੇ ਇੱਕ ਐਸੀ ਸੁਸਾਇਟੀ ਵੀ ਪੈਦਾ ਕਰੇਗਾ। ਔਰ ਇਹ ਇੱਕ ਪ੍ਰਤਿੱਗਿਆ ਹੋਏਗੀ ਉਹਦਾ ਬਾਅਦ ਦੇ ਵਿੱਚ ਮਾਪਦੰਡ ਲਾਉਣ ਦੇ ਵਾਸਤੇ ਵੀ ਕਿ ਹੁਣ ਉਹਦੇ ਮੁਤਾਬਕ ਚੱਲੇ ਜਾਂ ਨਹੀਂ। ਲੋਕਾਂ 'ਚ ਖਾਹਿਸ਼ ਰਹੇਗੀ। ਈਵਨ ਚੋਣ ਮਨੋਰਥ ਪੱਤਰ ਵੀ ਮੰਨ ਲਓ ਜੇ ਨਾ ਹੋਣ, ਕਾਨੂੰਨੀ ਨਹੀਂ ਹੈ, ਇਹ ਗਲਤ ਗੱਲ ਹੈ, ਪਰ ਜੇ ਬਿਲਕੁਲ ਹੀ ਨਾ ਹੋਣ ਤਾਂ ਆਪਾਂ ਕਿਹਨੂੰ ਪੁੱਛਾਂਗੇ ਵੀ ਤੂੰ ਕੀ ਕਿਹਾ ਸੀ। ਚੋਣ ਮਨੋਰਥ ਪੱਤਰ ਵੀ ਇੱਕ ਆਧਾਰ ਬਣਦਾ ਨਾ, ਜਿਵੇਂ ਰਿਪੋਰਟਾਂ ਨੇ, ਰਿਪੋਰਟਾਂ ਇੱਕ ਆਧਾਰ ਬਣਦੀਆਂ ਨੇ। ਆਪਾਂ ਕਹਿੰਦੇ ਸਵਾਮੀਨਾਥਨ ਰਿਪੋਰਟ ਹੈ ਜੀ, ਇਹ ਲਾਗੂ ਕਿਉਂ ਨਹੀਂ ਕਰਦੇ। ਇਹ ਚੀਜ਼ਾਂ ਵੀ ਅੱਗੇ ਤੋਂ ਅੱਗੇ ਲੋਕਾਂ ਦੀ ਸਮਝ ਵੀ ਵਧਾਉਂਦੀਆਂ ਨੇ ਤੇ ਉਹਨਾਂ ਦੀਆਂ ਮੰਗਾਂ ਵੀ ਕ੍ਰੀਏਟ ਕਰਦੀਆਂ ਨੇ। ਇਹ ਚੀਜ਼ਾਂ, ਇਹ ਦਸਤਾਵੇਜ਼ ਜਿਹੜਾ ਅੱਜ ਇਹ ਵੀ ਹੈ, ਜਿਹੜੇ ਇਹਦੇ ਵਿੱਚ ਸਵਾਲ ਨੇ, ਉਹ ਸਾਰੇ ਸਵਾਲ ਇੱਕ ਤਾਂ ਲੋਕਾਂ ਨੂੰ, ਹਰ ਵਰਗ ਦੇ ਲੋਕਾਂ ਨੂੰ ਖੇਤੀ ਤੇ ਕਿੰਨੇ ਹੀ ਸਵਾਲ ਲੈ ਕੇ ਕੀ ਪੁੱਛਣਾ ਚਾਹੀਦਾ, ਆਮਦਨ ਕਮਿਸ਼ਨ ਬਣੇ, ਬਾਕੀ ਦੀਆਂ ਚੀਜ਼ਾਂ ਜਿਹੜੇ ਕੁਛ ਨਵੇਂ ਪੁਆਇੰਟ ਵੀ ਉਹਦੇ 'ਚ ਬਾਕੀ ਨੇ, ਉਹ ਸਾਰੇ ਸਵਾਲ ਜਦੋਂ ਪੁੱਛਣਗੇ ਤਾਂ ਆਪ ਹੀ ਬੰਦਾ ਕੋਈ ਜਵਾਬ ਦੇਗਾ। ਤੇ ਜੇ ਜਵਾਬ ਦੇ ਵੀ ਜਾਂਦਾ ਸੀ ਬਣਾਵਾਂਗੇ ਅੱਗੇ, ਫਿਰ ਬੰਦਾ ਕਹਿੰਦਾ ਵੀ ਭਾਈ ਤੇਰੇ ਤੇ ਐਵੇਂ ਤਾਂ ਯਕੀਨ ਨਹੀਂ, ਤਾਂ ਮਤਲਬ ਅੱਧਾ ਤਾਂ ਉਹਨੂੰ ਪਹਿਲਾਂ ਹੀ ਉਹਨੇ ਹੇਠਾਂ ਕਰਤਾ ਵੀ ਤੇਰੇ ਤੇ ਭਰੋਸਾ ਤਾਂ ਨਹੀਂ ਹੈ, ਆਹ ਭਰ ਜਾ ਫਾਰਮ, ਸਾਡਾ ਭਰੋਸਾ ਤਾਂ ਬਣੂਗਾ। ਇਹ ਪੋਲੀਟੀਸ਼ੀਅਨ ਅਤੇ ਲੋਕਾਂ ਦੇ ਵਿੱਚ ਇੱਕ ਹੱਦ ਤੱਕ ਜਿਹੜਾ ਪਾੜ ਹੈ ਉਹਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰੇਗਾ, ਉਹ ਗੈਪ ਭਰੇਗਾ, ਬਰਾਬਰੀ ਦੇ ਫਰੰਟ 'ਤੇ ਲਿਆਏਗਾ ਵੋਟਾਂ ਦੇ ਵੇਲੇ। ਘੱਟੋ ਘੱਟ ਜਿਹੜਾ ਇੰਨਾ ਗੈਪ ਹੈ ਕਿ ਜੈਸਮੈਨ ਕਲਚਰ ਹੈ, ਜੀ ਹਜ਼ੂਰੀ ਹੈ, ਉਹਨੂੰ ਦੂਰ ਕਰੇਗਾ। ਇਸ ਕਰਕੇ ਹਲਫਨਾਮੇ ਦੀ ਪ੍ਰੋਵੀਜ਼ਨ ਕਾਨੂੰਨ ਦੀ ਗੈਰ ਹਾਜ਼ਰੀ 'ਚ ਦਿੱਤੀ ਗਈ ਹੈ। ਲੋਕਾਂ ਨੇ ਅੰਦੋਲਨ ਇਹਦੇ ਲਈ ਕਾਨੂੰਨ ਬਣਾਉਣ ਵਾਸਤੇ ਲੜਨਾ ਹੈ। ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ ਜੀ, ਥੈਂਕ ਯੂ। ਤਾਂ ਮੁੱਦੇ ਉਹੀ ਨੇ, ਸਿਆਸਤਦਾਨ ਵੀ ਉਹੀ ਨੇ, ਪਰ ਕੀ ਪੰਜਾਬ ਦੀ ਰਾਜਨੀਤੀ ਬਦਲੇਗੀ, ਪੰਜਾਬ ਦੇ ਰਾਜਨੀਤਿਕ ਲੋਕ ਬਦਲਣਗੇ ਤੇ ਕੀ ਸਮਾਜ ਦੇ ਵਿੱਚ ਸੁਧਾਰ ਹੋਵੇਗਾ, ਇਹ ਵੀ ਦੇਖਣ ਵਾਲਾ ਹੋਵੇਗਾ। ਪਰ ਪੰਜਾਬ ਜੂਝਦਾ ਆਇਆ, ਜੂਝ ਰਿਹਾ ਹੈ। ਪੰਜਾਬ ਅੱਜ ਵੀ ਇਹਨਾਂ ਮੁੱਦਿਆਂ ਦੇ ਲਈ ਤੇ ਪੰਜਾਬ ਜੂਝਦਾ ਰਹੇਗਾ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।